ਗੁਰੂ ਜੀ ਸਿੱਖਾਂ ਨੇ ਜਿਸ ਬਾਣੀ ਨੂੰ ਅਦਬ ਦੇ ਨਾਲ ਪਿਆਰ ਦੇ ਨਾਲ ਜਾਂ ਨਿਤ ਪੜ੍ਹਨਾ ਸ਼ੁਰੂ ਕੀਤਾ, ਪ੍ਰੇਮ ਸਾਹਿਬ ਪੜ੍ਹਨਾ ਸ਼ੁਰੂ ਕੀਤਾ, ਉਹ ਹੈ ਸੁਖਮਨੀ ਸਾਹਿਬ ਜੀ ਦੀ ਬਾਣੀ। ਭਾਵੇਂ ਇਹ ਨਿਤ ਦਾ ਹਿੱਸਾ ਨਹੀਂ, ਪਰ ਸਿੱਖ ਜਿਹੜੇ ਨੇ ਉਹ ਆਮ ਪ੍ਰੇਮ ਕਰਕੇ ਇਸ ਬਾਣੀ ਨੂੰ ਪੜ੍ਹਦੇ ਆ। ਦਾਸ ਨੂੰ ਜਿਹੜਾ ਹੁਕਮ ਹੋਇਆ ਹੈ ਕਿ ਆਪ ਸੰਗਤ ਦੇ ਨਾਲ ਵਿਚਾਰ ਕਰਨੀ ਹੈ ਕਿ ਉਹ ਸੁਖਮਨੀ ਸਾਹਿਬ ਜੀ ਦੇ ਅੰਦਰ ਸੰਤ ਸ਼ਬਦ ਆਇਆ, ਸੁਖਮਨੀ ਸਾਹਿਬ ਜੀ ਦੇ ਅੰਦਰ ਸਾਧ ਸ਼ਬਦ ਆਇਆ, ਸੁਖਮਨੀ ਸਾਹਿਬ ਜੀ ਦੇ ਅੰਦਰ ਬ੍ਰਹਮ ਗਿਆਨੀ ਸ਼ਬਦ ਆਇਆ। ਇਸ ਸ਼ਬਦ ਦੀ ਵਿਚਾਰ ਆਪ ਸੰਗਤ ਦੇ ਨਾਲ ਕਰਨੀ ਹੈ। ਸਭ ਤੋਂ ਸੱਚੇ ਪਾਤਸ਼ਾਹ ਮਹਾਰਾਜ ਜੇਕਰ ਅਸੀਂ ਸਿੱਖੀ ਤੋਂ ਆਰੰਭਤਾ ਕਰਦੇ ਹਾਂ ਤੇ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਸਿੱਖ ਨੂੰ ਇੱਕ ਸੁਚਿਆਰ ਬਣਾਉਣ ਦੀ ਗੱਲ ਕਰਦੇ ਆ। ਜੇਕਰ ਅਸੀਂ ਪੁਰਾਣੇ ਧਰਮਾਂ ਦੀ, ਪੁਰਾਤਨ ਧਰਮਾਂ ਦੀ ਗੱਲ ਕਰੀਏ ਤੇ ਜਿਹੜਾ ਜੈਨ ਧਰਮ ਹੈ ਉਹਦੇ ਵਿੱਚ ਜੇਕਰ ਪੂਰਨ ਪੁਰਖ ਦੀ ਗੱਲ ਕੀਤੀ ਜਾਂਦੀ, ਉਹਦੇ ਵਾਸਤੇ ਸ਼ਬਦ ਵਰਤਿਆ ਜਾਂਦਾ ਜੈਨ ਮੁਨੀ ਜਾਂ ਸ਼ਰਮ ਸ਼ਬਦ ਜਿਹੜਾ ਹੈ ਉਹ ਵਰਤਿਆ ਜਾਂਦਾ ਹੈ, ਜਾਂ ਜੈਨ ਸਾਧੂ ਸ਼ਬਦ ਵਰਤਿਆ ਜਾਂਦਾ ਹੈ। ਜੇਕਰ ਬੁੱਧ ਧਰਮ ਦੀ ਗੱਲ ਕਰਦੇ ਆ ਤੇ ਉਹਦੇ ਤੇ ਬੋਧਿਸਤਵ ਜਿਹੜਾ ਸ਼ਬਦ ਉਹ ਵਰਤਿਆ ਜਾਂਦਾ, ਬੁੱਧ ਸ਼ਬਦ ਵਰਤਿਆ ਜਾਂਦਾ ਹੈ। ਜੇਕਰ ਅਸੀਂ ਜੋਗੀਆਂ ਦੇ ਵਿੱਚ ਗੱਲ ਕਰੀਏ ਕਿ ਉੱਚੀ ਪਦਵੀ ਜਿਹੜੀ ਹੈ, ਸਿਖਰ ਜਿਹੜਾ ਹੈ ਉਹ ਕੀ ਹੈ, ਉਹਨੂੰ ਜੋਗੀ ਸ਼ਬਦ ਦੇ ਨਾਲ ਉਹ ਸਨਮਾਨਿਤ ਕਰਦੇ ਆ। ਜੇਕਰ ਇਸਲਾਮ ਧਰਮ ਦੇ ਵਿੱਚ ਅਸੀਂ ਦੇਖੀਏ ਤੇ ਇਸਲਾਮ ਧਰਮ ਦੇ ਵਿੱਚ ਸੂਫੀ, ਫਕੀਰ, ਕਾਬਲ ਇਤਿਆਦਿ ਇਹ ਸ਼ਬਦ ਜਿਹੜੇ ਨੇ ਦਰਵੇਸ਼ ਸ਼ਬਦ ਦੇ ਨਾਲ ਸਨਮਾਨਿਆ ਜਾਂਦਾ ਹੈ। ਸਿੱਖੀ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਸੰਤ ਸ਼ਬਦ ਵਰਤਿਆ, ਜਨ ਸ਼ਬਦ ਵਰਤਿਆ, ਗੁਰਮੁਖ ਸ਼ਬਦ ਵਰਤਿਆ, ਬ੍ਰਹਮ ਗਿਆਨੀ ਸ਼ਬਦ ਵਰਤਿਆ, ਪੂਰਨ ਪੁਰਖ ਸ਼ਬਦ ਵਰਤਿਆ। ਸੱਚੇ ਪਾਤਸ਼ਾਹ ਮਹਾਰਾਜ ਇਹ ਸਤਿਆਗ ਸ਼ਬਦ ਵੀ ਮਹਾਰਾਜ ਜੀ ਦੀ ਬਾਣੀ ਵਿੱਚ ਵਰਤਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ ਕਿ ਕੇਵ ਸਤਿਆਗਾ ਹੋਈਏ ਕਿ ਪੂਰੇ ਟੁੱਟੇ ਬਾਲ ਹੁਕਮ ਜਾਏ ਚੱਲਣਾ ਨਾਨਕ ਵਿਦਿਆ ਲਾਭ। ਸੋ ਸੱਚੇ ਪਾਤਸ਼ਾਹ ਮਹਾਰਾਜ ਕੱਲਾ ਗੁਰੂ ਨਾਨਕ ਦੇਵ ਮਹਾਰਾਜ ਦੀ ਜਿਹੜਾ ਵੀ ਧਰਮ ਦੀ ਗੱਲ ਕਰੋ, ਉਹ ਹਰ ਧਰਮ ਚਾਹੁੰਦਾ ਹੈ ਕਿ ਮੈਂ ਧਰਮ ਕਮਾਉਂਦਿਆਂ ਹੋਇਆਂ ਸਿਖਰ ਤੇ ਪਹੁੰਚ ਸਕਾਂ, ਮੇਰਾ ਜੀਵਨ ਜਿਹੜਾ ਹੈ ਉਹ ਸਫਲਾ ਹੋ ਸਕੇ, ਮੈਂ ਜਨਮ ਮਰਨ ਦੇ ਪੇੜ ਦੇ ਵਿੱਚੋਂ ਨਿਕਲ ਸਕਾਂ। ਸੋ ਉਹਦੇ ਵਾਸਤੇ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਸ਼ਬਦ ਜਿਹੜੇ ਨੇ ਉਹ ਵਰਤੇ ਆ। ਹੁਣ ਸਿੱਖੀ ਦੇ ਅੰਦਰ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਆਰੰਭਤਾ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਸਿੱਖਾਂ ਦੇ ਵਿੱਚ ਸ਼ਬਦ ਜਿਹੜਾ ਵਰਤਿਆ ਗਿਆ, ਜਿੰਦਾ ਸਤਿਕਾਰ ਸਿੱਖਾਂ ਨੇ ਕੀਤਾ, ਉਹ ਭਾਈ ਸ਼ਬਦ ਤੇ ਬਾਬਾ ਸ਼ਬਦ ਸੀ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਬਾਬਾ ਸ਼ਬਦ ਵਰਤਦੇ ਆ, ਭਾਈ ਲਹਿਣਾ ਸ਼ਬਦ ਵਰਤਦੇ ਆ, ਭਾਈ ਜੇਠਾ ਵਰਤਦੇ ਆ, ਭਾਈ ਬੱਲੂ ਵਰਤਦੇ ਆ, ਭਾਈ ਜੋਧ ਵਰਤਦੇ ਆ। ਇੱਥੋਂ ਤੱਕ ਕਿ ਜਿਹੜੇ ਪੰਜ ਪਿਆਰੇ ਨੇ ਜਿਨ੍ਹਾਂ ਨੂੰ ਅਸੀਂ ਖਾਲਸਾ ਆਖਦੇ ਆ, ਉਹਨਾਂ ਵਿੱਚ ਵੀ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਹਿੰਮਤ ਸਿੰਘ ਇਹ ਸ਼ਬਦ ਵਰਤੇ, ਭਾਈ ਸ਼ਬਦ ਵਰਤਿਆ ਗਿਆ। ਬਾਬਾ ਦੀਪ ਸਿੰਘ ਸ਼ਬਦ ਵਰਤਿਆ ਗਿਆ। ਹੁਣ ਜਾਂ ਤੇ ਬਾਬਾ ਸ਼ਬਦ ਵਰਤਿਆ ਜਾਂਦਾ ਸੀ ਤੇ ਜਾਂ ਭਾਈ ਸ਼ਬਦ ਵਰਤਿਆ ਜਾਂਦਾ ਸੀ। ਸਿੱਖਾਂ ਦੇ ਵਿੱਚ ਹੌਲੀ ਹੌਲੀ ਜਿਸ ਸ਼ਬਦ ਨੂੰ ਪ੍ਰਵਾਨ ਕਰ ਲਿਆ, ਉਹ ਸ਼ਬਦ ਜਿਹੜਾ ਸੀ ਉਹ ਸੰਤ ਸ਼ਬਦ ਹੈ। ਸੰਤ ਸ਼ਬਦ ਸਿੱਖੀ ਦੇ ਵਿੱਚ ਜਦੋਂ ਸਿੱਖਾਂ ਦੇ ਨਾਵਾਂ ਦੇ ਨਾਲ ਜੁੜਨਾ ਸ਼ੁਰੂ ਹੋਇਆ, ਉਹਦੇ ਵਿੱਚ ਜਿਹੜਾ 19ਵੀਂ ਸਦੀ ਦੀ ਆਰੰਭਤਾ ਤੋਂ ਇਹ ਸ਼ੁਰੂ ਹੁੰਦਾ ਹੈ। ਸਭ ਤੋਂ ਪਹਿਲਾਂ ਨਿਰਮਲੇ ਜਿਹੜੇ ਮਹਾਂਪੁਰਖ ਸੀ, ਉਹਨਾਂ ਨੇ ਆਪਣੇ ਸ਼ਬਦ ਤੇ ਆਪਣੇ ਨਾਮ ਦੇ ਨਾਲ ਸੰਤ ਸ਼ਬਦ ਲਾਇਆ। ਭਾਵੇਂ ਉਹ ਨਾਮ ਬ੍ਰਹਮਦਾਸ ਸੀ, ਸੰਤ ਬ੍ਰਹਮਦਾਸ ਹੋਇਆ, ਸੰਤ ਗੁਲਾਬਦਾਸ ਹੋਇਆ, ਉਹਨਾਂ ਨੇ ਸੰਤ ਸ਼ਬਦ ਦੀ ਵਰਤੋਂ ਕੀਤੀ। ਫਿਰ ਉਸ ਤੋਂ ਬਾਅਦ ਵਿੱਚ ਜਿਹੜੇ ਨਿਰਮਲੇ ਸਾਧੂ ਨੇ, ਉਹਨਾਂ ਵਿੱਚ ਜਿਵੇਂ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ, ਉਹਨਾਂ ਦੇ ਨਾਮ ਦੇ ਨਾਲ ਸੰਤ ਸ਼ਬਦ ਲੱਗਿਆ। ਜੇਕਰ ਅਸੀਂ ਹੋਰ ਪਾਸੇ ਦੇਖੀਏ, ਹੋਰ ਮਹਾਂਪੁਰਖਾਂ ਦਾ ਜੀਵਨ ਪੜ੍ਹੀਏ ਤੇ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਦੋ ਟਕਸਾਲਾਂ ਚੱਲਦੀਆਂ ਨੇ। ਅੱਜ ਵੀ ਅਸੀਂ ਮੰਨਦੇ ਹਾਂ ਕਿ ਦੋ ਟਕਸਾਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਚੱਲੀਆਂ ਤੇ ਤੀਸਰੀ ਟਕਸਾਲ ਗੁਰੂ ਸਾਹਿਬ ਜੀ ਨੇ ਨਿਰਮਲੇ ਦੇ ਰੂਪ ਦੇ ਵਿੱਚ ਚਲਾਉਣਾ ਕੀਤੀ। ਇਹ ਟਕਸਾਲਾਂ ਦੇ ਵਿੱਚ ਵੀ ਅੱਜ ਵੀ ਅਸੀਂ ਦੇਖਦੇ ਹਾਂ ਕਿ ਮਹਾਂਪੁਰਖਾਂ ਦੇ ਨਾਲ ਜਿਹੜਾ ਹੈ ਉਹ ਸੰਤ ਸ਼ਬਦ ਵਰਤਿਆ ਜਾਂਦਾ ਹੈ। ਇੱਥੋਂ ਤੱਕ ਹੀ ਨਹੀਂ ਕਿ ਇਕੱਲੇ ਧਾਰਮਿਕ ਹੀ ਆਗੂ ਨਹੀਂ, ਜਿਹੜੇ ਰਾਜਨੀਤਿਕ ਆਗੂ ਵੀ ਹੋਏ, ਜਿਵੇਂ ਸੰਤ ਹਰਚੰਦ ਸਿੰਘ ਲੌਂਗੋਵਾਲ, ਸੰਤ ਗੁਰਚਰਨ ਸਿੰਘ ਇਤਿਹਾਸਿਕ ਜਿਹੜੇ ਸਨ, ਸੰਤ ਫਤਿਹ ਸਿੰਘ, ਬਹੁਤ ਸਾਰੇ ਸਿੱਖ ਆਗੂ ਜਿਹੜੇ ਸਨ, ਉਹਨਾਂ ਦੇ ਨਾਮ ਦੇ ਨਾਲ ਵੀ ਸੰਤ ਸ਼ਬਦ ਵਰਤਿਆ ਗਿਆ।
ਹੁਣ ਜਦੋਂ ਅਸੀਂ ਸੰਸਾਰ ਦੇਖਦੇ ਆ ਨਾ ਜੀ, ਤੇ ਸੰਸਾਰ ਦੇ ਵਿੱਚ ਜਦੋਂ ਕੋਈ ਵਸਤੂ ਬਣਦੀ ਹੈ ਨਾ ਜਿਹੜੀ ਬਹੁਤ ਹੀ ਚੰਗੀ ਹੋਵੇ, ਜਾਂ ਜਿਹਦਾ ਬਹੁਤਾ ਸੰਸਾਰ ਦੇ ਵਿੱਚ ਲਾਭ ਪਹੁੰਚਦਾ ਹੋਵੇ, ਜਾਂ ਜਿਹਦੀ ਬਹੁਤ ਹੀ ਕੀਮਤ ਅਸੀਂ ਸਮਝਦੇ ਆ, ਉਹਦੀ ਜਿਹੜੀ ਨਕਲ ਹੈ ਉਹ ਵੀ ਸੰਸਾਰ ਦੇ ਵਿੱਚ ਉਸੇ ਸ਼ੇਰ ਹੀ ਬਣਾ ਦਿੱਤੀ ਜਾਂਦੀ ਆ। ਬੇਨਤੀ ਨੂੰ ਸਮਝੋ ਕਿ ਜੇਕਰ ਅਸਲ ਕੋਈ ਆਏਗੀ ਤੇ ਅਸਲ ਦੇ ਨਾਲ ਨਾਲ ਨਕਲ ਜਿਹੜੀ ਹੈ ਉਹ ਵੀ ਬਣਾ ਦਿੱਤੀ ਜਾਂਦੀ ਆ। ਭਾਵੇਂ ਉਹ ਗਹਿਣੇ ਨੂੰ ਦੇਖ ਲਓ, ਜਿੱਥੇ ਸੋਨੇ ਦੇ ਗਹਿਣੇ ਮਿਲਦੇ ਨੇ ਉੱਥੇ ਨਕਲੀ ਗਹਿਣੇ ਵੀ ਮਿਲ ਜਾਂਦੇ ਆ। ਜਿੱਥੇ ਅਸਲੀ ਚੀਜ਼ਾਂ ਮਿਲਦੀਆਂ ਨੇ ਉਹਦੇ ਨਾਲ ਨਕਲ ਵੀ ਹੂਬਹੂ ਉਸੇ ਤਰ੍ਹਾਂ ਦਾ ਬ੍ਰਾਂਡ ਬਣਾ ਕਰਕੇ ਉਹ ਵੀ ਸੰਸਾਰ ਦੇ ਵਿੱਚ ਵੇਚਿਆ ਜਾਂਦਾ ਹੈ। ਹੁਣ ਸੰਤ ਸ਼ਬਦ ਦੇ ਜਿਹੜੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਪੱਖ ਕਰਦੇ ਪਏ ਨੇ, ਉਹਦੇ ਤੋਂ ਪਹਿਲਾਂ ਥੋੜਾ ਜਿਹਾ ਬਾਣੀ ਚ ਅਸੀਂ ਦਰਸ਼ਨ ਕਰੀਏ ਕਿ ਜੇਕਰ ਭੇਖ ਦੀ ਗੱਲ ਮਹਾਰਾਜ ਨੇ ਕੀਤੀ ਆ ਤੇ ਸੱਚੇ ਪਾਤਸ਼ਾਹ ਮਹਾਰਾਜ ਦੇਖੋ ਕਥਾ ਇੱਕਦਮ ਨਹੀਂ ਕਿ ਜੇ ਕੋਈ ਵੀ ਆਪਣੇ ਨਾਮ ਦੇ ਨਾਲ ਸੰਤ ਲਾ ਲੈ ਕਿ ਉਹਨੂੰ ਸਿੱਖਾਂ ਨੇ ਪ੍ਰਵਾਨ ਕਰ ਲਿਆ। ਅੱਜ ਤਾਂ ਬਹੁਤਾ ਤਾਂ ਭੇਖ ਬਣਾਇਆ ਜਾਂਦਾ ਹੈ ਨਾ, ਪਰ ਸਿੱਖਾਂ ਦੇ ਕੋਲ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਦੀ ਕਸਵੱਟੀ ਦੇ ਦਿੱਤੀ ਕਿ ਗੁਰਬਾਣੀ ਦੀ ਕਸਵੱਟੀ ਤੇ ਲਾ ਕੇ ਦੇਖੋ ਕੀ ਇਹਦਾ ਜੀਵਨ ਜਿਹੜਾ ਹੈ ਬਾਣੀ ਅਨੁਸਾਰ ਝੁਕਦਾ ਹੈ। ਜੇ ਤਾਂ ਝੁਕਦਾ ਹੈ ਤੇ ਫਿਰ ਉਹਦੇ ਅੱਗੇ ਸਿਰ ਝੁਕ ਜਾਣਾ ਚਾਹੀਦਾ ਹੈ। ਜੇ ਨਹੀਂ ਝੁਕਦਾ ਪਿਆ ਤੇ ਮਹਾਰਾਜ ਕਹਿੰਦੇ ਕੇਵਲ ਪਖੰਡ ਕਰਦਾ ਪਿਆ, ਇਸ ਤੋਂ ਇਲਾਵਾ ਹੋਰ ਕੁਝ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਉਹ ਆਪਣੀ ਬਾਣੀ ਸੁਖਮਨੀ ਸਾਹਿਬ ਦੇ ਅੰਦਰ ਆਖਦੇ ਨੇ, ਰਹਿਤ ਅਵਰ ਕਸ਼ ਅਵਰ ਕੁਮਾਵਤ ਮਨ ਨਹੀਂ ਪ੍ਰੀਤ ਮੁਖੋਂ ਗਨ ਲਾਵਤ ਜਾਨਨ ਹਾਰ ਪ੍ਰਭੂ ਪਰਵੇਨ ਬਾਹਰ ਭੇਖ ਨਾ ਕਾਹੂ ਭੀਨ। ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ ਅਵਰ ਉਪਦੇਸੇ ਆਪ ਨਾ ਕਰੇ ਆਪ ਜਾਪਤ ਜਨਮੇ ਮਰੇ। ਮਹਾਰਾਜ ਕਹਿੰਦੇ ਇਹ ਭੇਖ ਨਹੀਂ ਤੇ ਹੋਰ ਕੀ ਆ, ਇਹ ਬਾਹਰ ਭੇਖ ਬਣਾ ਲਿਆ। ਔਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਰਹਿਤ ਅਵਰ ਕਸ਼ ਅਵਰ ਕੁਮਾਵਤ। ਅੰਦਰ ਦਾ ਜੀਵਨ ਜਿਹੜਾ ਸੀ ਉਹ ਹੋਰ ਤਰੀਕੇ ਦਾ ਤੇ ਬਾਹਰੋਂ ਜਿਹੜਾ ਜੀਵਨ ਬਣਾ ਲਿਆ ਉਹ ਗੁਰਮੁਖਾਂ ਵਾਲਾ, ਉਹ ਸੰਤਾਂ ਵਾਲਾ, ਉਹ ਭੇਖ ਬਣਾ ਕੇ ਰੱਖ ਲਿਆ। ਸਭ ਕੁਝ ਸੱਚੇ ਪਾਤਸ਼ਾਹ ਮਹਾਰਾਜ ਉਹ ਬਾਹਰ ਬਾਣੀ ਚ ਆਖਦੇ ਨੇ, ਕਹਿਣ ਲੱਗੇ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਵਾਕ ਕੋਈ ਹਰ ਕੇ ਸੰਤ ਨਾ ਆਖੀਐ ਬਨਾਰਸ ਕੀ ਠਾਕਰ। ਮਹਾਰਾਜ ਕਹਿੰਦੇ ਨਹੀਂ ਕਰਨਾ ਭੇਖ ਨਹੀਂ ਕਿ ਜੇਕਰ ਕੋਈ ਭੇਖ ਬਣਾ ਕਰਕੇ ਆਖੇ ਕਿ ਮੈਂ ਸੰਤ ਬਣ ਗਿਆ, ਭਗਤ ਕਬੀਰ ਸਾਹਿਬ ਕਹਿੰਦੇ ਨੇ ਐਸੇ ਸੰਤ ਨਾ ਮੁਕੋ ਭਾਵੇ ਦਾਲਾਂ ਸਿਰ ਪੇਟਾਂ ਲਟਕਾਵੇ। ਮਹਾਰਾਜ ਬਾਣੀ ਆਖਦੀ ਪਈ ਐਵੇਂ ਦੇ ਸੰਤ ਪ੍ਰਵਾਨ ਨਹੀਂ ਕਿ ਜਦੋਂ ਖਾਣ ਲੱਗਦੇ ਆ ਤੇ ਉਹ ਡਾਲਾਂ ਸਣੇ ਉਹ ਸਾਰੇ ਦਾ ਸਾਰਾ ਦਰਖਤ ਹੀ ਨਿਕਲ ਜਾਂਦੇ ਆ। ਇਹਦੇ ਤੋਂ ਭਾਵ ਇਹ ਸੀ ਜਿਵੇਂ ਅਸੀਂ ਇਤਿਹਾਸ ਦੀ ਪਰੰਪਰਾ ਗੁਰੂ ਨਾਨਕ ਤੋਂ ਕਰੀਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਗਮਨ ਤੋਂ ਪਹਿਲਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਥੰਮੇ ਕੋਈ ਨਾ ਸਾਧ ਮਿਲ ਸਾਧ ਨਾ ਦਿਸੇ ਜਗ ਵਿੱਚ ਕੋਆ। ਹੁਣ ਮਹਾਰਾਜ ਕਹਿੰਦੇ ਸਾਧ ਤੋਂ ਬਗੈਰ ਧਰਮ ਜਿਹੜਾ ਹੈ ਉਹ ਟਿਕ ਨਹੀਂ ਸਕਦਾ ਤੇ ਅਸਲ ਦੇ ਵਿੱਚ ਜਿਹੜਾ ਸਾਧ ਹੋਣਾ ਚਾਹੀਦਾ ਸੀ ਉਹ ਦਿਸਦਾ ਕਿਤੇ ਨਹੀਂ ਪਿਆ। ਭੇਖ ਬਹੁਤ ਸੀ। ਸੱਚੇ ਪਾਤਸ਼ਾਹ ਮਹਾਰਾਜ ਇਹਨੂੰ ਆਪਣੀ ਬਾਣੀ ਵਿੱਚ ਆਖਦੇ ਨੇ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਾਦੀ ਕੂੜ ਬੋਲ ਖਾਏ ਬ੍ਰਾਹਮਣ ਨਾਵੇ ਜੀਆਂ ਘਾਏ ਜੋਗੀ ਜੁਗਤ ਨਾ ਜਾਣੇ ਅੰਧ ਤਿੰਨੇ ਉਜਾੜੇ ਕਾ ਬੰਦ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਤਾਂ ਧਰਮੀ ਵੇਖਣ ਨੂੰ ਤੇ ਧਾਰਮਿਕ ਰੱਖਦੇ ਪਏ ਨੇ ਪਰ ਅੰਦਰ ਜਿਹੜਾ ਹੈ ਉੱਥੋਂ ਧਾਰ ਚੁੱਕਾ ਹੈ। ਸੱਚੇ ਪਾਤਸ਼ਾਹ ਮਹਾਰਾਜ ਇਹਨੂੰ ਆਖਦੇ ਨੇ ਕਿ ਗੁਜਰ ਕੇ ਹਾਂ ਤੁਲਕਣਾ ਕੋਟਮ ਕਾਲੜੀ ਮਾਸੂ ਧੋਤਿਆਂ ਝੂਠ ਨਾ ਉਤਰੇ ਦੇਸੋ ਤੂੰ ਆ ਕਿਸ ਸੱਜਣ ਸੇ ਨਾਲ ਵਿੱਚ ਚਲਦਿਆਂ ਨਾਲ ਚਰਨ ਜਿੱਥੇ ਰੇਖਾ ਮੰਗੇ ਜਿੱਥੇ ਖੜੇ ਦਸਾਨ। ਹੁਣ ਇਹ ਵੀ ਤਾਂ ਭੇਖ ਸੀ ਨਾ ਕਿ ਬਾਹਰੋਂ ਸੱਜਣਾ ਵਾਲੇ ਸੰਤਾਂ ਵਾਲੇ ਭਗਤਾਂ ਵਾਲੇ ਕੱਪੜੇ ਪਾਏ ਨੇ ਪਰ ਅੰਦਰ ਜਿਹੜਾ ਹੈ ਉਹ ਦਿੱਤੀ ਰਹਿਤ ਅਵਰ ਕਸ਼ ਅਵਰ ਕੁਮਾਵਤ। ਹੁਣ ਸਤਿਗੁਰੂ ਮਹਾਰਾਜ ਦੀ ਬਾਣੀ ਵਿੱਚ ਭਗਤ ਕਬੀਰ ਸਾਹਿਬ ਇੱਕ ਵਚਨ ਆਖਦੇ ਆ, ਉਹ ਕਹਿੰਦੇ ਨੇ ਅਵਰੇ ਕੋ ਉਪਦੇਸ਼ ਤੇ ਮੁਖ ਮੈਂ ਹਰ ਹੈ ਵੇਖ ਰਾਸ ਜਰਾਨੀ ਰਾਖਤੇ ਖਾਇਆ ਘਰ ਦਾ। ਫਿਰ ਉਹ ਕਹਿੰਦੇ ਨੇ ਬਸ ਕੇਵਲ ਉੱਪਰੋਂ ਉਪਦੇਸ਼ ਕਰਦੇ ਪਏ ਨੇ ਪਰ ਅੰਦਰਲੀ ਰਹਿਤ ਜਿਹੜੀ ਹੈ ਉਹ ਹੈ ਕੋਈ ਨਹੀਂ। ਅੰਦਰੋਂ ਬਿਲਕੁਲ ਖਾਲੀ ਤੇ ਬਾਹਰੋਂ ਭੇਖ ਜਿਹੜਾ ਹੈ ਉਸ ਭਗਤਾਂ ਵਾਲਾ ਸੰਤਾਂ ਵਾਲਾ ਬਣਾਇਆ ਹੈ। ਸਭ ਤੋਂ ਮਹਾਰਾਜ ਬਾਣੀ ਵਿੱਚ ਇੱਕ ਹੋਰ ਜ਼ਿਕਰ ਕਰਦੇ ਆ, ਭੱਟ ਸਾਹਿਬਾਨਾਂ ਦੇ ਬਚਨ ਨੇ। ਭੱਟ ਸਾਹਿਬਾਨ ਆਖਦੇ ਨੇ ਰਹੇ ਉਹ ਸੰਤ ਹੋਂ ਟੋਲ ਸਾਧ ਬੋਤੇ ਦੇ ਪਿਛੇ ਸੰਨਿਆਸੀ ਤਪਸੀਏ ਮੁਖੋਂ ਇਹ ਪੰਡਤ ਬਿਠੇ। ਉਹ ਕਹਿੰਦੇ ਮੈਂ ਆਏ ਅਸੀਂ ਵੀ
ਤੇ ਅਸੀਂ ਲੱਭਦੇ ਪਏ ਸੀ ਕਿ ਕੋਈ ਸੰਤ ਕੋਈ ਗੁਰਮੁਖ ਪਿਆਰਾ ਮਿਲ ਜਾਂਦਾ, ਪਰ ਕਹਿਣ ਲੱਗੇ ਕਿ ਅਸਲ ਦੇ ਵਿੱਚ ਨਾ ਜੀਵਨ ਜਦੋਂ ਆ ਕੇ ਦੇਖਿਆ ਬਾਹਰੋਂ ਤਾਂ ਬੜਾ ਚੰਗਾ ਲੱਗਿਆ ਕਿ ਸ਼ਾਇਦ ਸੰਤ ਹੋਣਗੇ, ਕੋਈ ਅੰਦਰੋਂ ਜੁੜੇ ਹੋਏ ਹੋਣਗੇ, ਇਹਨਾਂ ਦੀ ਸੰਗਤ ਕਰਾਂਗੇ ਤੇ ਸਾਡਾ ਵੀ ਪਾਰ ਉਤਾਰਾ ਹੋਵੇਗਾ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚ ਆਖਦੇ ਨੇ ਪਾਠ ਕਹਿੰਦੇ ਅਸੀਂ ਵੇਖਿਆ ਕੇਵਲ ਬਾਹਰ ਦਿਖਾਵਾ ਸੀ, ਅੰਦਰੋਂ ਜਿਹੜਾ ਸੀ ਉਹ ਖਾਲੀਪਨ ਉਵੇਂ ਪ੍ਰਤੀਤ ਹੁੰਦਾ ਸੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੇਕਰ ਬਾਣੀ ਦੇ ਵਿੱਚੋਂ ਅਸੀਂ ਸੰਤ ਸ਼ਬਦ ਦੀ ਪਰਿਭਾਸ਼ਾ ਦੇਖੀਏ ਤੇ ਮਹਾਰਾਜ ਸੱਚੇ ਪਾਤਸ਼ਾਹ ਸੰਤ ਸ਼ਬਦ ਜਿਹੜਾ ਹੈ ਉਹ ਪਰਮਾਤਮਾ ਦੇ ਵਾਸਤੇ ਵੀ ਵਰਤਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਸੰਤ ਸ਼ਬਦ ਜਿਹੜਾ ਹੈ ਉਹ ਗੁਰੂ ਦੇ ਵਾਸਤੇ ਵੀ ਵਰਤਦੇ ਨੇ। ਮਹਾਰਾਜ ਬਾਣੀ ਦੇ ਵਿੱਚ ਸੰਤ ਸ਼ਬਦ ਜਿਹੜਾ ਹੈ ਉਹ ਗੁਰਮੁਖ ਦੇ ਵਾਸਤੇ ਵੀ ਵਰਤਦੇ ਨੇ। ਸੰਤੋ ਹਰ 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 ਦਾ ਰਾਤੋ ਹਰ ਅਰਾਧ ਸਭੋ ਕਿਛ ਪਾਈਏ ਕਾਤ ਸਗਲੇ ਸਾਤੋ। ਇੱਥੇ ਸ਼ਬਦ ਜਿਹੜਾ ਹੈ ਮਹਾਰਾਜ ਜੀ ਨੇ ਗੁਰਮੁਖ ਦੇ ਵਾਸਤੇ ਸੰਤ ਸ਼ਬਦ ਵਰਤਿਆ। ਜੇਕਰ ਅਸੀਂ ਬਾਣੀ ਦੇ ਵਿੱਚੋਂ ਪੜ੍ਹਦੇ ਹਾਂ ਕਿ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਲਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਸੱਚੇ ਪਾਤਸ਼ਾਹ ਮਹਾਰਾਜ ਇੱਥੇ ਸ਼ਬਦ ਜਿਹੜਾ ਸੰਤ ਹੈ ਇਹ ਗੁਰੂ ਦੇ ਵਾਸਤੇ ਵਰਤਿਆ ਗਿਆ। ਸੋ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਬਾਣੀ ਦੇ ਵਿੱਚ ਗੱਲ ਕਰਦੇ ਆ ਨਾ ਤੇ ਮਹਾਰਾਜ ਕਹਿੰਦੇ ਨੇ ਕਿ ਹੈ ਇੱਕ ਅਸਲ, ਪਰ ਇਹਦੀ ਨਕਲ ਜਿਹੜੀ ਹੈ ਉਹ ਵੀ ਸੰਸਾਰ ਦੇ ਵਿੱਚ ਮੌਜੂਦ ਆ। ਉਹ ਭੇਖ ਬਣਾਉਂਦੇ ਨੇ, ਭੇਖ ਦਿਖਾਈ ਜਗਤ ਕੋ ਲੋਕਨ ਕੋ ਬਸ ਕੀਨ। ਪਰ ਜ਼ਰੂਰੀ ਨਹੀਂ ਕਿ ਜੇਕਰ ਹਰ ਪਾਸੇ ਭੇਖ ਆ ਤੇ ਉਹਦੀ ਅਸਲ ਨਹੀਂ ਹੋਵੇਗੀ। ਇਹ ਜ਼ਰੂਰੀ ਨਹੀਂ ਕਿ ਜੇਕਰ ਨਕਲ ਚੱਲਦੀ ਪਈ ਆ ਤੇ ਸੰਸਾਰ ਦੇ ਵਿੱਚੋਂ ਅੱਜ ਕੋਈ ਸੰਤ ਨਹੀਂ। ਸੰਤ ਜਿਹੜਾ ਹੈ ਅਸੀਂ ਕੇਵਲ ਕੱਪੜਿਆਂ ਨੂੰ ਸੰਤ ਨਾ ਸਮਝ ਕੇ ਬੈਠੀਏ। ਸੰਤ ਕੋਈ ਵਿਸ਼ੇਸ਼ ਕੱਪੜੇ ਦਾ ਵਿਸ਼ੇਸ਼ ਤਰ੍ਹਾਂ ਦਾ ਪਹਿਰਾਵਾ ਨਹੀਂ ਦੇ। ਸਭ ਕੁਝ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਨ ਪਟ ਅੰਦਰ ਬਾਹਰ ਉਦੜ ਤੇ ਭਲੇ ਸੰਸਾਰ ਜਿਨ ਨੇਹ ਲਗਾ ਰੱਬ ਸੇਤੀ ਦੇਖਨੇ ਵਿਚਾਰ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਸੰਤ ਹੈ ਉਹ ਭਗਤ ਹੈ ਜਿੰਦਾ ਅੰਦਰੋਂ ਮਨ ਜੁੜ ਗਿਆ। ਬਾਹਰਲੀਆਂ ਲੀਰਾਂ ਵੇਖ ਕੇ ਨਾ ਆਖੋ ਕਿ ਸ਼ਾਇਦ ਇਹਦੇ ਕੱਪੜੇ ਪਾਟੇ ਨੇ ਇਹ ਸੰਤ ਕਿਵੇਂ ਹੋਵੇਗਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸੰਤ ਜਿਹੜਾ ਹੈ ਉਹ ਕੱਪੜਿਆਂ ਦਾ ਨਾਮ ਨਹੀਂ, ਉਹ ਭੇਖ ਦਾ ਨਾਮ ਨਹੀਂ। ਵਿਦਵਾਨ ਸੱਜਣ ਜਦੋਂ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਦੇ ਵਾਲੇ ਜਿਨ੍ਹਾਂ ਦੀ ਅਸੀਂ ਸਾਲਾਨਾ ਬਰਸੀ ਦੇ ਵਿੱਚ ਜੁੜ ਕੇ ਬੈਠੇ ਆ, ਵਿਦਵਾਨ ਆਖਦੇ ਨੇ ਕਿ ਸੰਤ ਬਾਬਾ ਪ੍ਰੇਮ ਸਿੰਘ ਜਿਹੜੇ ਨੇ ਉਹ ਸੰਤ ਵੀ ਇੱਕੇ ਸਮੇਂ ਸੰਤ ਦੇ ਤੇ ਨਾਲ ਸਿਪਾਹੀ ਵੀ ਨੇ। ਉਹਨਾਂ ਨੂੰ ਕੋਈ ਵਿਸ਼ੇਸ਼ ਪਹਿਰਾਵਾ ਬਣਾਉਣ ਦੀ ਲੋੜ ਨਹੀਂ ਪਈ, ਉਹਨਾਂ ਨੂੰ ਕੋਈ ਵਿਸ਼ੇਸ਼ ਤਰ੍ਹਾਂ ਦੇ ਵਸਤਰ ਪਾਉਣ ਦੀ ਲੋੜ ਨਹੀਂ ਪਈ। ਉਹ ਤੇ ਪੰਜ ਕਕਾਰਾਂ ਦੇ ਧਾਰਨੀ ਬਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਬਣੇ ਸੰਤ ਦੇ ਨਾਲ ਨਾਲ ਉਹ ਸਿਪਾਹੀ ਵੀ ਹਨ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਜਦੋਂ ਪੜ੍ਹੋ ਤੇ ਮਹਾਰਾਜ ਬਾਣੀ ਦੇ ਵਿੱਚ ਆਖਦੇ ਨੇ ਕਹਿਣ ਲੱਗੇ ਨੇ ਵਾਹਿਗੁਰੂ ਜੀ ਕਿ ਜੇਕਰ ਤੁਹਾਡਾ ਸਰੀਰ ਦੇਖਣਾ ਹੋਵੇ ਉਹ ਕਿੱਥੋਂ ਦਿਸੇਗਾ। हे ਪਰਮਾਤਮਾ ਤੁਹਾਡਾ ਤਨ ਕਿੱਥੋਂ ਪ੍ਰਾਪਤ ਹੋਏਗਾ। ਜੇਕਰ ਤੁਹਾਡੇ ਤਨ ਦੇ ਦਰਸ਼ਨ ਕਰਦੇ ਹੋਣ ਤਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸੰਤ ਤੁਝੀ ਤਨ ਸੰਗਤ ਪ੍ਰਾਨ। ਮਹਾਰਾਜ ਕਹਿੰਦੇ ਨੇ ਸੰਤ ਜਿਹੜਾ ਹੈ ਉਹ ਪਰਮਾਤਮਾ ਦਾ ਸਰੀਰ ਆ ਤੇ ਸੰਗਤ ਜਿਹੜੀ ਹੈ ਉਸ ਸਰੀਰ ਦੇ ਵਿੱਚ ਚੱਲਦੇ ਹੋਏ ਪ੍ਰਾਣ ਨੇ, ਸਵਾਸ ਜਿਹੜੇ ਆ ਉਹ ਸੰਗਤ ਆ। ਸਰੀਰ ਜਿਹੜਾ ਹੈ ਉਹ ਸੰਤ ਆ। ਤੇ ਮਹਾਰਾਜ ਕਹਿੰਦੇ ਨੇ ਰਾਮ ਸੰਤ ਮੈਂ ਭੇਦ ਕਿਛ ਨਾਹੀ ਏਕ ਜਨ ਕਈ ਮੈਂ ਲੱਖ ਕਰੋੜੀ। ਮਹਾਰਾਜ ਕਹਿੰਦੇ ਸੰਤ ਵਿੱਚ ਤੇ ਰੱਬ ਦੇ ਵਿੱਚ ਕੋਈ ਭੇਦ ਨਹੀਂ, ਇੱਕੋ ਹੀ ਪਰਮਾਤਮਾ। ਜੇਕਰ ਅਸੀਂ ਬਾਣੀ ਦੇ ਵਿੱਚੋਂ ਪੜ੍ਹਦੇ ਆ ਨਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜਿੱਦਣ ਗੁਰਤਾ ਗੱਦੀ ਭਾਈ ਲਹਿਣੇ ਨੂੰ ਦਿੰਦੇ ਆ, ਭਾਈ ਲਹਿਣੇ ਨੂੰ ਗੁਰਤਾ ਗੱਦੀ ਕੋਸ਼ਿਸ਼ ਕਰਦੇ ਆ ਤੇ ਸਤਿਗੁਰ ਮਹਾਰਾਜ ਜੀ ਦੀ ਬਾਣੀ ਵਿੱਚ ਬਾਬਾ ਸਰਦਾ ਬਲਵੰਤ ਆਖਦੇ ਨੇ ਕਹਿੰਦੇ ਕੇਵਲ ਸਰੀਰ ਬਦਲਦਾ ਪਿਆ ਸੀ। ਜੋਤ ਉਹਾ ਜੁਗ ਦਸਾਏ ਸਹਿ ਕਾਇਆ ਫੇਰ ਪਲਟੀਏ। ਜੋਤੀ ਉਹੀ ਜੁਗਦੀ ਉਹੀ ਕੇਵਲ ਸਰੀਰ ਬਦਲਿਆ। ਤੇ ਸਤਿਗੁਰ ਮਹਾਰਾਜ ਜੀ ਦੇ ਘਰ ਦਾ ਸਿਧਾਂਤ ਇਹ ਹੈ ਕਿ ਸਰੀਰ ਭਾਵੇਂ 10 ਬਦਲੇ ਪਰ ਜੋਤ ਨਹੀਂ ਬਦਲੀ, ਜੁਗਤੀ ਨਹੀਂ ਬਦਲੀ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੋਤ ਉਹੋ ਹੀ ਰਹੀ। ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਸਿਰਫ ਕਾਇਆ ਬਦਲਦੀ ਰਹੀ, ਕੇਵਲ ਸਰੀਰ ਬਦਲਦਾ ਰਿਹਾ। ਤੇ ਮਹਾਰਾਜ ਕਹਿੰਦੇ ਨੇ ਕਿ ਜੇਕਰ ਦੇਖੋ ਇੱਕ ਜੋਤ 10 ਸਰੀਰ ਧਾਰਨ ਕੀਤੇ, 10 ਸਰੀਰ ਇੱਕ ਜੋਤ ਹੋ ਸਕਦੇ ਆ, 10,000 ਵੀ ਇੱਕ ਜੋਤ ਹੋ ਸਕਦੇ ਆ।
10 ਲੱਖ भी एक जोत हो सकते हैं, पर होणगे किदन जिदन संत जिहड़ा है वो नाम जपदे रब दे घर दे विच प्रवान हो जाता है। जिदन गुरमुख जिहड़ा है वो नाम जपदे मालिक दे दर ते प्रवान हुंदा है। भगत कबीर साहब जी उन्होंने श्लोक दिते, 3-4 श्लोक ने उन्होंने लगातार उनके विच दसदे ने कि संत किवें दा होना चाहिए। पहलों उन्हें उदाहरण दी, कह लगे कबीर रोड़ा हुए रहो बाट का तज मन का अभिमान, ऐसा कोई दास हुए ताहि मिले भगवान। ये कह लगे कि रोड़ा हुआ तो क्या पाया, पंथी को दुख दे ऐसा तेरा दास है जो धरनी में के। पहलों कहते हैं कि नहीं रोड़े वर्गा होवे दास जिहड़ा है, सेवक जिहड़ा वो रोड़े वर्गा होवे, कोई ठोकर भी मार दे तां भी कोई मन दे विच गुस्सा ना आवे, कोई मन दे विच विरोध ना आवे। सच्चे पातशाह महाराज कहते पए ने कि देखो रोड़ा जिहड़ा है वो जिन्ने ते जुत्ती पाई उन्हें ते पैर नूं सੱਟ नहीं लाएगा, जिन्हें जुत्ती नहीं पाई कोई नंगे पैर ही चलदा पिया है उनके पैरां नूं जरूर ठेडा लगेगा। इस करके रोड़ा नहीं। सतगुरु महाराज पातशाह जी की बाणी आखदी पई आ कि जेकर बनना है ते चरना की धूल बन जा, मिट्टी बन जा, रोड़ा हुआ तो क्या पाया, पंथी को दुख दे ऐसा तेरा दास है जो धरनी में खे। मिट्टी होवे पर कहते कि मिट्टी दे विच भी तां औगण आ ना, मिट्टी जेकर जमीन ते रही ते पैरां दे थले रहेगी, पर जेड़ा थोड़ा जिहा मिट्टी नूं सੱਟ मारे वो मिट्टी फुटदी आ ते सिर दे उत्ते पै जांदी आ। भगत कबीर साहब जी आखदे ने खे हुई तो क्या भया, जो उजला के अंग हरजन ऐसा चाहिए क्यों पानी सर्वंग। कहते रब दा प्यारा, रब दा संत, रब दा भगत गुरमुख ब्रह्म ज्ञानी सत्याद सिख जिहड़ा वो किवें दा होवे, कह लगे मिट्टी वर्गा नहीं होना चाहिए, उनका सुभाव पानी वर्गा होवे। हुण पानी दा सुभाव वेख के भगत कबीर साहब आखदे ने, कह लगे नहीं पानी हुआ तो क्या भया, जब सीरा ताता हुए हरजन ऐसा चाहिए जैसा हर ही होए। हरजन किवें दा होवे, कहंदे जिवें दा रब है। संत दे विच ते रब दे विच कोई फर्क नहीं हो सकता। सतगुरु सच्चे पातशाह महाराज बाणी विच आखदे आ कि अब तो जाए चढ़े सिंहासन मिले हैं सारंग पानी, राम कबीरा एक भय है कोई न सके पछानी। कहते संत ते रब एक हो जाता है, ਉਹਦੇ ਵਿੱਚ ਫਰਕ ਕੋਈ ਨਹੀਂ ਰਹਿੰਦਾ। ਹੁਣ ਇੱਕੇ ਸਿੰਘਾਸਨ ਦੇ ਕਬੀਰ ਸਾਹਿਬ ਕਹਿੰਦੇ ਅਸੀਂ ਬੈਠੇ ਆ ਤੇ ਕਹਿੰਦੀ ਹੁਣ ਵੇਖਣ ਵਾਲਾ ਇਹ ਨਹੀਂ ਦੇਖ ਕੇ ਅੰਦਾਜ਼ਾ ਲਾ ਸਕਦਾ ਕਿ ਸਿੰਘਾਸਨ ਤੇ ਰਾਮ ਬੈਠਾ ਹੈ ਕਿ ਜਾਂ ਸਿੰਘਾਸਨ ਦੇ ਉੱਤੇ ਕਬੀਰ ਬੈਠਾ ਹੋਇਆ ਹੈ। ਸੱਚੇ ਪਾਤਸ਼ਾਹ ਮਹਾਰਾਜ ਤੋਂ ਅਸੀਂ ਬਾਣੀ ਦੀ ਗੱਲ ਕਰਦੇ ਆ, ਸੁਖਮਨੀ ਸਾਹਿਬ ਜੀ ਦੇ ਅੰਦਰ ਮਹਾਰਾਜ ਆਖਦੇ ਨੇ ਅਗੰਮ ਅਗਾਧ ਪਾਰ ਬ੍ਰਹਮ ਸੋਏ, जो जो कहे सो मुक्ता होए सुन मीता, नानक बिनवंता संत जिना की अजब कथा। महाराज पातशाह कहते ने देखो जेड़ा साध है, जेड़ा गुरमुख है, जिन्हों संत आखदे आ, कहते उनकी कथा जेड़ी है ना वो अचरज है। ब्रह्म ज्ञानी का कथया न जाए अध्याकर, अद्धा अखर जिहड़ा है ब्रह्म ज्ञानी जो लिखते हैं ना ते पैर दे विच अद्धा राड़ा पैंदा है। ते कहंदे संसारी कलमां जो इतिहास लिखदियां है ना ब्रह्म ज्ञानियां दा जीवन लिखदियां है, ਉਹ ਲਿਖਦੀਆਂ ਕਈ ਤਰ੍ਹਾਂ ਦੇ ਵਿਚਾਰ ਲਿਖਦੇ ਨੇ, ਉਹਨਾਂ ਦੀ ਕਰਨੀ ਲਿਖ ਦਿੰਦੇ ਨੇ ਕਿ ਸੰਸਾਰ ਤੇ ਆ ਕੇ ਉਹਨਾਂ ਨੇ ਕੀ ਕੁਝ ਕੀਤਾ। ਪਰ ਅਸਲ ਜਿਹੜਾ ਬ੍ਰਹਮ ਗਿਆਨੀ ਦਾ ਜੀਵਨ ਆ ਉਹ ਕਲਮਾਂ ਤੇ ਕਾਗਜ਼ਾਂ ਦੇ ਨਾਲ ਨਹੀਂ ਲਿਖਿਆ ਜਾ ਸਕਦਾ, ਉਹਦੀ ਤੇ ਬ੍ਰਹਮਾ ਹੀ ਕਥਨ ਤੋਂ ਪਰੇ ਹੈ। ਜਿਵੇਂ ਅਸੀਂ ਮਹਾਂਪੁਰਖਾਂ ਦੇ ਅਸਥਾਨ ਤੇ ਬੈਠੇ ਆ ਨਾ ਤੇ ਮਹਾਂਪੁਰਖਾਂ ਦੇ ਜੀਵਨ ਦੇ ਬਾਰੇ ਡਾਕਟਰ ਜਸਵੰਤ ਸਿੰਘ ਹੋਣਾ ਨੇ ਲਿਖਿਆ, ਜਸਵੰਤ ਸਿੰਘ ਜੀ ਪਰਵਾਨਾ ਸਾਹਿਬ ਨੇ ਲਿਖਿਆ, ਗਿਆਨੀ ਚੇਤ ਸਿੰਘ ਜੀ ਹੋਣਾ ਨੇ ਲਿਖਿਆ, ਗਿਆਨੀ ਗੁਰਚਰਨ ਸਿੰਘ ਹੋਣਾ ਨੇ ਲਿਖਿਆ, ਹੋਰ ਵੀ ਵਿਦਵਾਨਾਂ ਨੇ, ਜਸਵੰਤ ਸਿੰਘ ਟਾਂਡੇ ਵਾਲਿਆਂ ਨੇ ਲਿਖਿਆ। ਹੁਣ ਅਸੀਂ ਇਹ ਤੇ ਨਹੀਂ ਨਾ ਆਖ ਸਕਦੇ ਕਿ ਇੰਨੇ ਵਿਦਵਾਨਾਂ ਨੇ ਲਿਖ ਦਿੱਤਾ ਤੇ ਮਹਾਂਪੁਰਖ ਸੰਤ ਬਾਬਾ ਪ੍ਰੇਮ ਸਿੰਘ ਜੀ ਨੂੰ ਪੂਰਨ ਤੌਰ ਤੇ ਬਿਆਨ ਕਰ ਲਿਆ। ਅਸਲ ਦੇ ਵਿੱਚ ਕੇਵਲ ਬਾਹਰੀ ਤੌਰ ਤੇ ਜਿੰਨਾ ਅਸੀਂ ਜਾਣਿਆ ਉਨਾ ਹੀ ਲਿਖ ਸਕੇ ਜਿੰਨਾ ਸਾਨੂੰ ਪਤਾ ਲੱਗਿਆ। ਪਰ ਬ੍ਰਹਮ ਗਿਆਨੀ ਇੱਕ ਐਸੀ ਅਵਸਥਾ ਹੈ ਜਿਹਨੂੰ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ। महाराज कहते ब्रह्म ज्ञानी उस अवस्था पे हम देखो कोई ऊंचाई ते खलोता होवे ते ਅਸੀਂ ਉਹਦੇ ਬਾਰੇ ਕਿਵੇਂ ਦੱਸ ਸਕਦੇ ਹਾਂ ਕਿ ਉਹ ਕਿੱਥੇ ਖਲੋਤਾ ਹੈ। ਸਾਨੂੰ ਪਹਿਲਾਂ ਉਸ ऊंचाई ਤੇ ਜਾਣਾ ਹੋਵੇਗਾ
फिर असी उनके बारे दस सकते हैं कि उनकी आ उचाई सी केवल असी बाहरी तौर पर बयान कर सकते हैं, पर अंदर का टिकाव कितना है उनके जीवन के विच एक आनंद असी बयान ही नहीं कर सकते। सच्चे पातशाह महाराज पावन बाणी श्लोक वरतिया धन गुरु अर्जन देव महाराज पातशाह जी आखते ने कि संत शरण जो जन भरे सो जन उजरन हार, संत की निंदा नानका मोहर मोहर अवतार। हम देखो संत की निंदा की महाराज गल की ते महाराज नाम बाणी विच ये भी आखते ने कि गुर की निंदा सुने ना कान। सिख जिहड़ा है ना उन्होंने हुक्म है कि वो गुरु की निंदा ना सुने, ते जिथे गुरु की निंदा तो बचया महाराज पातशाह कहते निंदा जिहड़ा है निंदक निंदा करता करता अपना जीवन काल लेंदा है। विद्वान सज्जन आखते कह लगे जिन्हें संगत की, जिन्हें सेवा की, जिन्हें ब्रह्म ज्ञानी का संग मान लिया उन्हें अपनी कई भुलां ताप लिया, जिन्हें संत की निंदा कर ली उन्हें कई भुलां डोब दिया। सतगुरु सच्चे पातशाह महाराज कहते संत की निंदा नाम का बहुर बहुर अवतार। अवतार को भाव है कि बार बार जन्मेगा, अवतर आएगा तू कीना। और अवतार शब्द असी कई बार ना गुरु साहब वास्ते वरतते हैं, पर अवतार के अर्थ होंगे ने जिहड़ा जन्मिया संसार दे उत्ते। ते कई लोग इहदे अर्थ ये कर लेंदे कहंदे जिहड़ा संतां दी निंदा करेगा उन्हें दोबारा दोबारा अवतार मिलेगा, फिर संतां दी निंदा करो बार बार अवतार ते मिलेगा। पर अवतार जिहड़ा ना महाराज बाणी विच आखदे आ, भाई गुरदास साहब जी आखदे ने वो कहंदे ने कि जिहड़ा जमदा पिया है ना उन्हें मरना जरूर पैना है, ते जिहड़ा मरिया वो फिर जम्मिया फिर मरिया फिर जम्मिया फिर मरिया। सच्चे पातशाह महाराज कहते इस तो बड़ा दुख और पीड़ा हो सकता है। जम जम मरे मरे फिर जमे बहुत सजाए पया देश लमे। सो सच्चे पातशाह महाराज कहते संत दी निंदा करने वाला जिहड़ा है वो जन्म मरण के गेड़ दे विच पै जांदा है। एक गल नूं याद रखियो कि अज असीं जिस स्थान ते बैठे हैं ना असी अज कहांगे नहीं कि बाबा प्रेम सिंह अज असी उन्हां दी निंदा किवें कर सकदे, शरीर करके तो वो है नहीं, पर उन्हां दा अज स्थान साडे कोल आ जेड़ा ब्रह्म ज्ञानी की निंदा करता है, संत की निंदा करता है, जब संत के स्थान की निंदा करता है उनका फल इको जिना बराबर है। सच्चे पातशाह महाराज कहते पहले कि संत शरण जोजन भरे। विद्वान इनू जोजन इकट्ठा भी करते हैं। जोजन तो भाव होता है कि जोजन तो ही संत की शरण में पै जाओ, दूरों ही संत की शरण में आ जाओ, पर जो जन इन संधि छेद करके बहुते अर्थ कीते जाते हैं कि जेड़ा सेवक जेड़ा प्यारा संत की शरण में चले जाता है, संत शरण जो जन मरे सो जन उदरन हार। भावें जीवन कुछ भी नहीं, भावें अपनी कमाई कोई भी नहीं, पर संगत दे विच आया संत की संगत कीती महाराज कहते उनके जीवन का उद्धार होया। सतगुरु सच्चे पातशाह गुरु अर्जन देव महाराज जी दे सिख ने भाई रंधाल जी गुरु रामदास महाराज जी तो सिੱਖੀ प्राप्त की ते चोला साहब ਤੁਸੀਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਾਓ ਤੇ ਅਸਥਾਨ ਹੈ ਜੀ ਚੋਲਾ ਸਾਹਿਬ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅਸਥਾਨ ਬਿਲਕੁਲ ਨਗਰ ਦੇ ਵਿੱਚ ਆ ਤੇ ਨਗਰ ਤੋਂ ਬਾਅਦ ਭਾਈ ਰੰਧਾਲ ਜੀ ਦਾ ਦਰਬਾਰ ਬਣਿਆ ਹੋਇਆ ਹੈ। ਉਸ ਦਰਬਾਰ ਦੇ ਵਿੱਚ ਉਹ ਆਪਣੀ ਕੁੰਡਲੀ ਦੇ ਵਿੱਚ ਉਹ ਇਕਾਂਤ ਦੇ ਵਿੱਚ ਰਹਿਣਾ ਤੇ ਇਕਾਂਤ ਦੇ ਵਿੱਚ ਬੈਠ ਕੇ ਉਹਨਾਂ ਦੇ ਨਾਮ ਜਪਦੇ ਰਹਿਣਾ, ਸੰਗਤ ਦੇ ਵਿੱਚ ਰਹਿਣਾ, ਪ੍ਰਮਾਤਮਾ ਦੀ ਬੰਦਗੀ ਵਿੱਚ ਜੁੜਨਾ। ਸਾਧ ਬਚਨ ਅਟਲਾਦਾ ਕਿਵੇਂ ਹੁੰਦਾ ਹੈ? ਸਤਿਗੁਰੂ ਮਹਾਰਾਜ ਪਿਆਰਿਆਂ ਦੀ ਸੰਗਤ ਕਰਦਾ ਕੀ ਲਾਭ ਹੋ ਜਾਂਦਾ ਹੈ। ਕਹਿੰਦੇ ਨੇ ਬਾਬਾ ਬਿਧੀ ਚੰਦ ਜਿਹੜੇ ਸਨ ਉਹ ਪਹਿਲੋਂ ਉਹਨਾਂ ਨੇ ਚੋਰੀ ਕਰਨੀ, ਉਹਨਾਂ ਦੇ ਜੀਵਨ ਦਾ ਕੰਮ ਸੀ। ਉਹਨਾਂ ਨੇ ਪਿੰਡ ਦੇ ਵਿੱਚੋਂ ਮੱਝਾਂ ਖੋਲੀਆਂ, ਮੱਝਾਂ ਖੋਲ ਕੇ ਜਦੋਂ ਪਿੰਡ ਤੋਂ ਬਾਹਰ ਨਿਕਲੇ ਤੇ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਚੋਰੀ ਹੋ ਗਈ ਹੈ। ਉਹ ਮੱਝਾਂ ਦੇ ਖੁਰੇ ਦੇਖਦੇ ਹੋਏ ਮੱਝਾਂ ਦੇ ਪੈਰਾਂ ਦੀ ਪੈੜ ਲੱਪਦੇ ਹੋਏ ਉਹ ਪਿੱਛੇ ਆ ਗਏ। ਹੁਣ ਬਾਬਾ ਬਿਧੀ ਚੰਦ ਉਹਨਾਂ ਨੇ ਦੇਖ ਲਿਆ ਕਿ ਪਿੰਡ ਵਾਲੇ ਵੀ ਪਿੱਛੇ ਆਉਂਦੇ ਪਏ ਨੇ। ਭਾਈ ਹੰਧਾਲ ਜਿਹੜੇ ਸਨ ਉਹਨਾਂ ਦੀ ਘਾਪ ਜਿਹੜੀ ਸੀ ਉਹਦੇ ਵਿੱਚ ਉਹਨਾਂ ਨੇ ਮੱਝਾਂ ਵਾੜ ਦਿੱਤੀਆਂ, ਆਪ ਉਹਨਾਂ ਦੀ ਕੁੰਡੀ ਦੇ ਵਿੱਚ ਚਲੇ ਗਏ। ਅੰਮ੍ਰਿਤ ਵੇਲੇ ਦਾ ਸਮਾਂ ਸੀ। ਹੁਣ ਦੇਖੋ ਅੰਮ੍ਰਿਤ ਵੇਲੇ ਦਾ ਜਿਹੜਾ ਸਮਾਂ ਹੈ ਨਾ ਉਹ ਸਭ ਤੋਂ ਕੀਮਤੀ ਸਮਾਂ ਹੁੰਦਾ ਹੈ।
नाम जपण वास्ते अमृत वेले तो वध होर कोई समा नहीं हो सकता। या इस तरह कह दो कि सिੱਖੀ ਦਾ जेकर जीवन आ, सिख का जीवन ही अमृत वेला है। ते जेडे ये आखदे आ ना कि सारे टाइम ही अमृत वेले ने, वो कहते जरूर ने पर वो अमृत वेला सामते कोई नहीं। अमृत वेले बारे सतगुरु महाराज आखदे ने, चिड़ी चौकी और फुटी वगन बहुत तरंग का चत रूप संतन रचे। कहते ने चिड़ी जिस वेले चूकदी, हम असी कहिए सारे अमृत वेले, पर चिड़ी हमेशा अमृत वेले चूकेगी। ते महाराज बानी च आख चुके ने, वगन बहुत तरंग, हवा नहीं कही कि हवा वगदी पई, तरंगां दी गल कीती गई, वेव्स दी गल कीती गई, आबा मंडल दी गल कीती गई। ब्रह्म ज्ञानी भावे घोड़े दे विच बैठ के, भावे कोने छप्पर दे विच बैठ के भी नाम जपे, उनदियां वेव इंदियां जादियां प्रभावशाली होंदियां ने कि वो सारे संसार दे विच फैल जांदियां। ब्रह्म ज्ञानी दियां वेव्स ने, ब्रह्म ज्ञानी दियां तरंगां ने। ते महाराज पातशाह कहते हैं कि वगन बहुत तरंग, इस करके अमृत वेला सामभण वास्ते सिखां नूं कहा गया। ते गुरु रामदास महाराज आखते हैं कि गुरु सतगुरु का जो सिख अखाए, सो भल के उठ हर नाम ते आए, उदम करे भल के प्रभाती, इशनान करे अमृतसर आए। उत्थे अमृत वेले सामभण दी गल कीती। सच्चे पातशाह महाराज उन्हां दा सिख भाई हंदाल जी बैठे आ ते कहण लगे, ਜਦੋਂ बाबा विधि चंद उन्हां दी कुली विच गए ते उन्हां ने पुछया, भलिया कौन? तुम देखो जीवन ब्रह्म ज्ञानी दा इन्ना सत्यारा सी कि उनके सामने झूठ भी नहीं बोलिया गया। बाबा विधि चंद आखदे आ मैं चोर हां। ते कहण लगे, तू चोर ते इत्थे की करना है? कहण लगे, मैं मੱਝਾਂ चोरी कीतियां सी, ਉਹ ਪਿੱਛੇ ਆਉਂਦੇ ਨੇ, ਅੱਜ ਮੈਨੂੰ ਬਚਾ ਲਓ। ਉਹ ਕਹਿੰਦੇ ਇੱਕ ਲਾ ਰਿਹਾ, तू बचते जाएगा आज, पर वादा करके अगे तो बाद ऐसा काम नहीं करेगा। महाराज बानी विच आखदे ने, ऐसा काम मूले ना कीचे जित अंत पछताए, इवें दा काम ना करी बात पछताना पवे। सतगुरु महाराज आखदे ने, मन मेरे भुले कपट ना कीजे, अंतर वेला तेरे जी कह दीजे। सच्चे पातशाह महाराज कहते ने कि जेकर भुल के भी गलत काम हो गया तो तेरे जीवन जिहड़ा है वो खराब हो जाएगा। लेखा तेनू देना पैना छिन छिना, तन सीधे जरा जनाबे तब तेरी ओग कोई पानी हो ना पावे। बाबा हिंदाल उन्होंने उन्होंने सामने बिठाया कि अखा ना खोलियो ते केवल सुरती में जोड़न का यत्न करो। मैं बोलता है कि मेरे पीछे पीछे बोलियो। इन्हें पिंड वालियां नूं मੱਝਾਂ लभियां, वो भी कुली दे विच आए ते पुछया कि इत्थे कोई चोर ते नहीं देखिया? भाई साहब उन्होंने कहा कि लगे इत्थे तां चोरां दा की काम, ये तां रब दे प्यारियां दा घर, इत्थे तां केवल प्यार वाले आउंदे ने। ते सच करके जानो वो दिन सी कि जिस दिन बाबा विधि चंद जी का जीवन बदल गया। और भावे उन्होंने कोई भी कर्म किया, सिੱਖੀ विच आके धन हरगोबिंद साहब महाराज फौज बुलाउंदे आ ते जेडे 6 जरनैल बनाए जथेदार थापे, उन्हां तो सब तो पहलों बाबा विधि चंद जी नूं थापिया गया। यह संत शरण जो जन भले, सो जन उदर निहार, संत की निंदा नानका बोहर बोहर अवतार। ते महाराज कहंदे इत्थों तक ही नहीं सीमित हुंदा, जेड़ा निंदा करन वाला है ना, वो अपनी आर्ग दा अपनी उम्र घटा लैंदा है, वो मौत दे नेड़े पहुंचण लग पैंदा है। संत दा निंदक जेड़ा है ना, कहंदे दी उम्र असीं कहांगे दी किवें घटी, नाले तां आखदे आ कि सवास जेड़े आ वो पूरे मिलदे आ ते बंदा पूरे भोगदा है। सवाल पैदा हुंदा है ना कि सवास जिन्ने मिले उन्हें ही भोगे, फिर उम्र किवें घटी? संत का निंदक महाअतताय, संत का निंदक टिकन ना पाए, संत का निंदक अंतर ते थोथा, जो सांस बिना मृतक की लोथा, वो इवें जिवें साह है नहीं, श्वास निकल चुके ने ते केवल लाश पई हुई आ। संत का निंदक जिहड़ा है वो किवें अपनी उम्र घटा लैंदा है? विद्वान सज्जन दे अर्थ करदे आ, कह लगे जिहड़ा निंदा करन वाला है ना, उनके श्वास विच तेज चलने शुरू हुंदे आ।
जिन्ना नाम जपोगे श्वास हौली चलणगे। नाम जपण वाले का श्वास बिल्कुल शांतमय ढंग नाल चलदा है ते जिन्ना श्वास असीं चलो सैकंडां दी गिनती कर लई ना इन्ने सैकंड दे विच श्वास लैंदे आ ते जदों असीं श्वास 1 सैकंड दे विच एक लै लिया ते साडे श्वास छेती पूरा हो गया ते जे इक्को श्वास असीं 5-10 सैकंड तक लिया तो साडा श्वास लेट पूरा होएगा। महाराज पातशाह कहते निंदक जिहड़ा है वो अपनी उम्र घटा लैंदा है, निंदक जिहड़ा है वो अपना जीवन खराब कर लैंदा है ते ब्रह्म ज्ञानी जिहड़ा वो किन्ना क निर्लेप हो जाता है। सतगुरु सच्चे पातशाह महाराज कहते जैसे जल में कमल का लेप। सच्चे पातशाह गुरु नानक देव महाराज कहते ये सच्चार सिद्ध है कि जिंदा जीवन है कि जैसे जल में कमल निरालम मुर्गाई निशाने। महाराज गुरु अर्जन देव कहते ब्रह्म ज्ञानी सदा निर्लेप जैसे जल में कमल अलेप। ब्रह्म ज्ञानी संसार दे विच रहंदियां होइयां वो इवें रहंदा है जिवें कमल दा फुੱਲ चिकड़ दे विच रहंदियां होइयां भी ਉਹਨੂੰ ਜਿਹੜਾ ਹੈ ਉਹਦੀਆਂ ਪੰਖੜੀਆਂ ਮਿਲੀਆਂ ਨਹੀਂ ਹੁੰਦੀਆਂ। ब्रह्म ज्ञानी महापुरुष संत बाबा प्रेम सिंह जिन्हां दे जीवन च ਅਸੀਂ पढ़दे हां जिथे वो श्रोमणी गुरुद्वारा प्रबंधक कमेटी विच बतौर वो श्रोमणी कमेटी दे मैंबर लगातार ने ਜਦੋਂ ਤੋਂ श्रोमणी कमेटी होंद विच आई 1950 तक रहे। 3 ਵਾਰ वो MLA बने ਤੇ ब्रह्म ज्ञानी महापुरुष संत बाबा प्रेम सिंह ਜਿਹੜੇ ਸਨ ਉਹਨਾਂ ਦੀ ਸੰਗਤ ਜਦੋਂ ਬਾਬਾ ਦਰਸ਼ਨ ਸਿੰਘ ਜੀ ਉਹਨਾਂ ਨੇ ਕੀਤੀ ਤੇ ਜਿਸ ਦਿਨ ब्रह्म ज्ञानी महापुरुषਾਂ ਦੇ ਨਾਲ ਉਹ ਅਸੈਂਬਲੀ ਦੇ ਵਿੱਚ ਜਾਂਦੇ ਨੇ ਲੋਕ ਸਭਾ ਦੇ ਵਿੱਚ ਗਏ ਪੰਜਾਬ ਭਵਨ ਦੇ ਵਿੱਚ ਗਏ ਤੇ ਉਹ ਦੇਖਦੇ ਨੇ ਕਿ ਹਰ ਬੰਦਾ ਉੱਥੇ ਜਿਹੜਾ ਹੈ ਉਹ ਆਪਣੀਆਂ ਝੂਠ ਦੀਆਂ ਬੁਲੰਦਾਂ ਬੰਨੀ ਜਾਂਦਾ ਪਿਆ। ਇਹ ਸਾਰਾ ਕੁਝ ਦੇਖ ਕੇ ਬਾਬਾ ਦਰਸ਼ਨ ਸਿੰਘ ਜਿਹੜੇ ਸਨ ਕੁੱਲੀ ਵਾਲੇ ਬਾਬਾ ਦਰਸ਼ਨ ਸਿੰਘ ਡਾਕਟਰ ਗੁਰਪ੍ਰੀਤ ਸਿੰਘ ਬੈਠੇ ਨੇ ਇਹਨਾਂ ਨੇ ਕਿਤਾਬ ਲਿਖੀ ਮਹਾਂਪੁਰਖਾਂ ਦੇ ਜੀਵਨ ਦੇ ਉੱਪਰ। ਉਹ ਲਿਖਦੇ ਨੇ ਇਹਦੇ ਵਿੱਚ ਲਿਖਿਆ ਹੈ ਕਿ ਬਾਬਾ ਦਰਸ਼ਨ ਸਿੰਘ ਹੋਣੀ ਉੱਠ ਕੇ ਨਾ ਉਹ ਅਸੈਂਬਲੀ ਦੇ ਵਿੱਚੋਂ ਬਾਹਰ ਆ ਗਏ ਤੇ ਨਾਲ ਹੀ ਜਿਹੜੇ ਸੇਵਾਦਾਰ ਖਲੋਤਾ ਸੀ ਨੂੰ ਕਹਿ ਦਿੱਤਾ ਕਹਿਣ ਲੱਗੇ ਕਿ ਦੱਸ ਦਿਓ ਕਿ ਦਰਸ਼ਨ ਸਿੰਘ ਚਲੇ ਗਿਆ ਬਾਬਾ ਪ੍ਰੇਮ ਸਿੰਘ ਜੀ ਨੂੰ ਦੱਸਿਓ। बाबा प्रेम सिंह जी अजे बैठे ने फिर वापस आके कोल बैठ गए ते बाबा प्रेम सिंह उन्होंने क्या कहने लगे दसो तुहाडा मन नहीं कि विचार होंदा एक दिन तो हर बंदा तुहानू भी पता है कि झूठी खुशामद करदा पिया है झूठ दे बुलंदे बनदा पिया है ये झूठ नूं देख के एक संत किवें टेक के बैठ सकदा है। सच्चे पातशाह महाराज उन्हां दी बाणी दे विच ਅਸੀਂ फरमान लिया कि ब्रह्म ज्ञानी सदा निर्लेप जैसे जल में कमल अलेप। कहते हैं ब्रह्म ज्ञानी अलेप है सुरग करके वो किते बैठा है जो शरीर करके वो किते आ। एक साखी ਅਸੀਂ पढ़ते हैं गुरु नानक देव जी के जीवन च उदाहरण मात्र कि महाराज सच्चे पातशाह जी जब वेग च बाहर आते हैं महाराज बाहर आए उन्होंने कहा नमाज पढ़ो। सच्चे पातशाह ने कहा कोई इतराज नहीं। ਉੱਥੇ ਨਮਾਜ਼ ਪੜਨ ਵਾਸਤੇ ਜਦੋਂ ਲੈ ਕੇ ਗਏ ਆ ਨਾ ਉਹ ਮਸਜਿਦ ਦੇ ਵਿੱਚ ਮਹਾਰਾਜ ਪਿੱਛੇ ਖੋਤੇ ਨੇ ਕਾਜ਼ੀ ਦੀ ਨਮਾਜ਼ ਪੜਦਾ ਹੈ ਨਵਾਬ ਵੀ ਨਮਾਜ਼ ਪੜਦਾ ਪਿਆ ਹੈ ਪਰ ਨਾਲ ਪਿੱਛੇ ਵੀ ਦੇਖਦੇ ਆ ਕਿ ਬਾਬਾ ਨਾਨਕ ਪੜਦਾ ਹੈ ਕਿ ਨਹੀਂ। ਜਦੋਂ ਨਮਾਜ਼ ਪਤਾ ਹੋਈ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿੰਦੇ ਤੁਸੀਂ ਨਮਾਜ਼ ਨਹੀਂ ਪੜ੍ਹੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੁਸੀਂ ਵੀ ਨਹੀਂ ਪੜ੍ਹੀ। ਕਹਿੰਦੇ ਅਸੀਂ ਤਾਂ ਬਿਲਕੁਲ ਪੜ੍ਹੀ ਅਸੀਂ ਤਾਂ ਸਿਜਦੇ ਵੀ ਕੀਤੇ ਆ ਅਸੀਂ ਤਾਂ ਕੁਰਾਨ ਦੀਆਂ ਆਇਤਾਂ ਵੀ ਪੜ੍ਹੀਆਂ ਅਸੀਂ ਤਾਂ ਦਰੂਦ ਵੀ ਪੜ੍ਹਿਆ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਕੇਵਲ ਸਰੀਰ ਸੀ ਜਿਹੜੀ ਸੁਰਤੀ ਸੀ ਉਹ ਤੁਹਾਡੇ ਘਰ ਦੇ ਵਿੱਚ ਗਈ ਹੋਈ ਸੀ। ਜੇਕਰ ਸੁਰਤ ਕਰਕੇ ਤੁਸੀਂ ਇੱਥੇ ਨਹੀਂ ਤੇ ਤੁਹਾਡਾ ਪੜ੍ਹਿਆ ਹੋਇਆ ਜਿਹੜਾ ਉਹ ਕਿਸੇ ਵੀ ਲੇਖੇ ਦੇ ਵਿੱਚ ਨਹੀਂ ਲੱਗਣਾ। ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਨਵਾਬ ਸਾਹਿਬ ਤੁਸੀਂ ਤਾਂ ਘੋੜੇ ਖਰੀਦਦੇ ਪਏ ਸੀ। ਇਸੇ ਤਰ੍ਹਾਂ ਬ੍ਰਹਮ ਗਿਆਨੀ ਜਿਹੜਾ ਹੈ ਉਹ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜ ਲੈਂਦਾ ਹੈ ਤੇ ਸੰਸਾਰੀ ਜਿਹੜਾ ਹੈ ਉਹ ਸੰਸਾਰ ਦੇ ਵਿੱਚ ਭਾਵੇਂ ਨਹੀਂ ਰਹਿੰਦਾ ਉਹ ਗੁਰਦੁਆਰੇ ਵਿੱਚ ਆ ਕੇ ਬੈਠ ਗਿਆ ਉਹ ਸੰਗਤ ਵਿੱਚ ਆ ਕੇ ਬੈਠ ਗਿਆ ਔਰ ਉਸ ਸੰਗਤ ਵਿੱਚ ਬੈਠਿਆਂ ਗੁਰਦੁਆਰੇ ਵਿੱਚ ਬੈਠਿਆਂ ਵੀ ਉਹ ਸੰਸਾਰ ਦੀਆਂ ਗੱਲਾਂ ਕਰੀ ਜਾਂਦਾ। ਮਨ ਜਿਹੜਾ ਹੈ ਉਹ ਸੰਸਾਰ ਦੇ ਪੁਰਨੇ ਹੀ ਜੋੜੀ ਜਾਂਦਾ ਹੈ। ਭਗਵਾਨ ਮਹਾਤਮਾ ਬੁੱਧ 12 ਸਾਲਾਂ ਬਾਅਦ ਮਹਾਤਮਾ ਬੁੱਧ ਜਦੋਂ ਘਰੇ ਆਏ ਤੇ ਘਰ ਵਾਲੀ ਨੇ ਪੁੱਛਿਆ ਸੀ ਕਹਿਣ ਲੱਗੇ ਮਹਾਤਮਾ ਬੁੱਧ ਜੀ ਤੁਸੀਂ 12 ਸਾਲ ਬਾਹਰ ਲਾ ਕੇ ਆਏ ਜੋ ਬਾਹਰੋਂ ਤੁਸੀਂ ਲੈ ਕੇ ਆਏ ਕੀ ਉਹ ਘਰ ਦੇ ਵਿੱਚ ਨਹੀਂ ਸੀ ਮਿਲਦਾ। ਮਹਾਤਮਾ ਬੁੱਧ ਪਹਿਲਾਂ ਚੁੱਪ ਕਰ ਗਏ ਤੇ ਚੁੱਪ ਕਰਨ ਤੋਂ ਬਾਅਦ ਫਿਰ ਬੋਲੇ ਕਹਿਣ ਲੱਗੇ ਮੈਨੂੰ ਪਤਾ ਹੀ ਹੋਣ ਲੱਗਿਆ ਕਿ ਘਰੇ ਵੀ ਮਿਲ ਸਕਦਾ ਸੀ। ਇਸ ਗੱਲ ਦੀ ਸਮਝ 12 ਸਾਲ ਬਾਹਰ ਲਾ ਕੇ ਆਏ फिर प्राप्त हुई कि एक घर के विचों मिल सकता है। पर सच्चे पातशाह गुरु नानक देव महाराज जी पहली उदासी करके आए ने
गुरु नानक देव महाराज जिदन पहली उदासी करके आउंदे आ ते माता सुलखनी ने पूछया सी, कह लगे कि सतगुरु जो बाहर प्राप्त करने वास्ते गए सी कि वो घर दे विच नहीं सी मिलदा। सच्चे पातशाह महाराज कहंदे मैं मंगण वास्ते नहीं सी गया, मैं कुछ लैन वास्ते नहीं सी गया, मैं ते वंडन दे वास्ते गया सी। मैं वंडन वास्ते गया सी। हुण कौंडा राक्ष वो मेरे को नहीं सी आ सकता, मैनू जाना पैना सी। हुण जेड़ा सज्जन खाके वो मेरे तक नहीं सी आ सकदा, मैनू ही जाना पैना सी। सच्चे पातशाह महाराज कहते हैं भूमिए चोर ने मेरे तक नहीं सी आना, मैनू ही जा करके उन्होंने बाणी का उपदेश देके उन्होंने जीवन को सुधारना सी। सच्चे पातशाह गुरु अर्जन देव महाराज वो अगे कृपा करके आखदे ने, कहने लगे जिदन ब्रह्म ज्ञानी की गल की महाराज ने, तो सच्चे पातशाह महाराज कहते हैं मन साचा मुख साचा सोए और ना देखे एक सबिन कोई नानक ए लक्षण ब्रह्म ज्ञानी होए। और ब्रह्म ज्ञानी के लक्षण की ने, ब्रह्म ज्ञानी ਨੂੰ ਰੱਬ ਕਦੀ ਨਹੀਂ ਭੁੱਲਦਾ। ਹੁਣ ਮਹਾਰਾਜ ਬਾਣੀ ਚ ਉਦਾਹਰਨ ਦਿੰਦੇ ਆ, ਕਹਿ ਲੱਗੇ ਜਿਨ ਸਾਸ ਵਿਰਾਸ ਨਾ ਵਿਸਰੇ। ਹੁਣ ਸਾਸ ਦਾ ਮਤਲਬ ਹੋ ਗਿਆ ਕਿ ਜਦੋਂ ਅਸੀਂ ਸਾਹ ਲੈਂਦੇ ਆ ਤੇ ਵਿਰਾਸ ਦਾ ਵਿਦਵਾਨਾਂ ਨੇ ਕਈਆਂ ਨੇ ਕਿੰਨਾ ਜਦੋਂ ਅਸੀਂ ਰੋਟੀ ਖਾਂਦੇ ਆ ਭੋਜਨ ਖਾਂਦੇ ਆ, ਹੁਣ ਬਹੁਤੀ ਸਬਜ਼ੀ ਸਵਾਦ ਪਈ ਨਹੀਂ ਹੋਵੇ, ਸਾਹਮਣੇ ਸਬਜ਼ੀ ਸਵਾਦ ਪਈ ਆ ਤੇ ਜਦੋਂ ਬੁਰਕੀ ਮੂੰਹ ਦੇ ਵਿੱਚ ਗਈ ਤੇ ਉਹ ਸਵਾਦ ਤੋਂ ਧਿਆਨ ਚਲੇ ਗਿਆ, ਰੱਬ ਨੂੰ ਧਿਆਨ ਹੀ ਵਿਸਰ ਗਿਆ। ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਬ੍ਰਹਮ ਗਿਆਨੀ ਸੰਤ ਦਾ ਸੁਭਾਅ ਇਵੇਂ ਦਾ ਹੈ ਕਿ ਜਿਨ ਸਾਸ ਵਿਰਾਸ ਨਾ ਵਿਸਰੈ, ਹਰ ਨਾਮਾ ਮਨੰਤ ਤਨ ਸੇ ਨਾਨਕਾ ਪੂਰਨ ਸੋਈ ਸੰਤ। ਮਹਾਰਾਜ ਕਹਿੰਦੇ ਵੀ ਭੁੱਲਦਾ ਰੱਬ ਕਦੇ ਨਹੀਂ, ਉਹਨੂੰ ਹਰ ਵੇਲੇ ਚੇਤਾ ਰਹਿੰਦਾ ਤੇ ਮਨ ਸਾਚਾ ਮੁਖ ਸਾਚਾ ਸੋ। ਹੁਣ ਸੰਸਾਰੀ ਪਤਾ ਕੀ ਕਰਦਾ ਹੈ ਜੀ, ਸੰਸਾਰੀ ਦਾ ਪਹਿਲੋਂ ਮਾਨਿਆ ਮਨ ਤੋਂ ਅੱਗੇ ਬੁੱਧ ਹੈ, ਬੁੱਧ ਤੋਂ ਅੱਗੇ ਉਹ ਚਿੱਤ ਦੇ ਵਿੱਚ ਉਹ ਗੱਲ ਨੂੰ ਲੈ ਕੇ ਆਉਂਦਾ ਤੇ ਫਿਰ ਉਹਨੂੰ ਬੋਲੀ ਦੇ ਰੂਪ ਦੇ ਵਿੱਚ ਪ੍ਰਗਟ ਕਰਦਾ ਹੈ। ਪਹਿਲੋਂ ਮਨ ਦੇ ਵਿੱਚ ਫੁਰਨਾ ਬਣਿਆ, ਮਨ ਦੇ ਵਿੱਚ ਫੁਰਨਾ ਬਣਨ ਤੋਂ ਬਾਅਦ ਵਿੱਚ ਬੁੱਧੀ ਨੇ ਨਿਰਣਾ ਕੀਤਾ ਕਿ ਕਹਿਣਾ ਹੈ ਕਿ ਨਹੀਂ ਕਹਿਣਾ। ਉਸ ਤੋਂ ਬਾਅਦ ਵਿੱਚ ਜਿਹੜਾ ਹੈ ਉਹ ਬੋਲਦਾ ਹੈ ਜੋ ਸੋਚ ਸਮਝ ਕੇ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬ੍ਰਹਮ ਗਿਆਨੀ ਜਿਹੜਾ ਹੈ ਨਾ ਉਹ ਅੰਦਰੋਂ ਵੀ ਸੱਚਾ ਹੈ ਤੇ ਬਾਹਰੋਂ ਵੀ ਸੱਚਾ ਹੈ। ਕਿਉਂ? ਮਹਾਰਾਜ ਕਹਿੰਦੇ ਨੇ ਕਿਉਂਕਿ ਅੰਦਰ ਸੱਚ ਟਿਕ ਗਿਆ ਤੇ ਜਿੰਦੇ ਅੰਦਰ ਸੱਚ ਟਿਕ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਜਾਂ ਤਾਂ ਕਹਿਆ ਨਰਗੇ ਜਲੇ ਪੂਰੇ ਕਹੇ ਹੋਏ ਕੋਲ ਜਿਹੜੇ ਨੇ ਉਹ ਦਰਗਾਹ ਦੇ ਵਿੱਚ ਪਹੁੰਚ ਜਾਂਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬ੍ਰਹਮ ਗਿਆਨੀ ਸੰਸਾਰ ਦੇ ਵਿੱਚ ਆਉਂਦਾ ਕਿਉਂ ਆ? ਮਹਾਰਾਜ ਕਹਿੰਦੇ ਨੇ ਕਿ ਉਹ ਰੱਬ ਦਾ ਸੁਨੇਹਾ ਲੈ ਕਰਕੇ ਆਉਂਦਾ ਹੈ। ਬ੍ਰਹਮ ਗਿਆਨੀ ਸੰਸਾਰ ਦੇ ਵਿੱਚ ਪਰ ਉਪਕਾਰ ਕਰਨ ਵਾਸਤੇ ਆਉਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਪਾਵਨ ਬਾਣੀ ਦੇ ਵਿੱਚ ਆਖਦੇ ਨੇ ਕਿ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਓ ਜਨ ਕੇ ਸੰਗ ਚਿਤ ਆਵੇ ਨਾਮ। ਬ੍ਰਹਮ ਗਿਆਨੀ ਦੇ ਕੋਲ ਬੈਠਿਆ ਨਾਮ ਚਿੱਤੇ ਆਏਗਾ। ਸੰਸਾਰੀ ਦੇਖੋ ਸੰਸਾਰ ਦੇ ਵਿੱਚ ਨਾ ਜਾਂ ਤੇ ਲੋਕ ਸਵਾਰਥੀ ਮਿਲਣਗੇ ਜਾਂ ਪਰ ਉਪਕਾਰ ਕਰਨ ਵਾਲੇ ਮਿਲਣਗੇ ਸੰਸਾਰ ਦੇ ਵਿੱਚ। ਬ੍ਰਹਮ ਗਿਆਨੀ ਕੇ ਗਰੀਬੀ ਸਮਾਹਾ, ਬ੍ਰਹਮ ਗਿਆਨੀ ਦਾ ਮਨ ਜਿਹੜਾ ਹੈ ਉਹ ਨਿਮਰਤਾ ਦੇ ਵਿੱਚ ਭਰਿਆ ਹੁੰਦਾ ਹੈ। ਬ੍ਰਹਮ ਗਿਆਨੀ ਇੰਨਾ ਕਿ ਨਿਮਰਤਾ ਦੇ ਨਾਲ ਭਰ ਜਾਂਦਾ ਹੈ, ਜੇਕਰ ਕੋਈ ਕੌੜੇ ਬੋਲ ਵੀ ਬੋਲ ਜਾਏ ਤੇ ਤਾਂ ਵੀ ਉਹ ਮਨ ਦੇ ਉੱਤੇ ਅਸਰ ਨਹੀਂ ਕਰਦੇ। ਸੱਚੇ ਪਾਤਸ਼ਾਹ ਮਹਾਰਾਜ ਪਾਵਨ ਬਾਣੀ ਦੇ ਵਿੱਚ ਆਖਦੇ ਨੇ, ਗੁਰੂ ਤੇਗ ਬਹਾਦਰ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ ਕਿ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮਾਨੇ। ਇਹ ਬ੍ਰਹਮ ਗਿਆਨੀ ਦਾ ਜੀਵਨ ਹੈ ਜੀ ਕਿ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇਹ ਭੈ ਨਹੀਂ ਜਾਂਗੇ, ਕੰਚਨ ਮਾਟੀ ਮਾਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਹਿ ਨਿੰਦਿਆ ਨੇ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਉਹਨੂੰ ਨਿੰਦਿਆ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਉਹਨੂੰ ਵਡਿਆਈ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਉਹਨੂੰ ਕੋਈ ਗੁੱਸੇ ਨਾਲ ਬੋਲ ਜਾਏ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਜੇਕਰ ਉਹਨੂੰ ਕੋਈ ਵਡਿਆਈ ਦੇ ਜਾਵੇ ਤਾਂ ਵੀ ਫਰਕ ਨਹੀਂ ਪੈਂਦਾ। ਇੱਕ ਮਹਾਂਪੁਰਖ ਹੋਏ ਨੇ ਮਲੇਸ਼ੀਆ ਦੇ ਵਿੱਚ ਬਾਬਾ ਜਵਾਲਾ ਸਿੰਘ ਜੀ, ਉਹਨਾਂ ਦਾ ਜੀਵਨ ਉੱਥੋਂ ਦੇ ਗੁਰਮੁਖਾਂ ਨੇ ਲਿਖਿਆ। ਉਹ ਕਹਿੰਦਾ ਲੇਖਕ ਲਿਖਦਾ ਹੈ, ਕਹਿੰਦਾ ਮੈਂ ਜਦੋਂ ਬਾਬਾ ਜਵਾਲਾ ਸਿੰਘ ਜੀ ਨੂੰ ਮਿਲਣ ਵਾਸਤੇ ਗਿਆ ਨਾ ਤੇ ਕਹਿੰਦੇ ਉੱਥੇ ਕੋਈ ਬੰਦਾ ਜਿਹਨੇ ਸ਼ਰਾਬ ਪੀਤੀ ਹੋਈ ਸੀ ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਉਹਦੇ ਪੈਰ ਜਿਹੜੇ ਨੇ ਉਹ ਜ਼ਮੀਨ ਤੇ ਨਹੀਂ ਲੱਗਦੇ ਪਏ, ਉਹ ਲਹਿਰਾਉਂਦਾ ਪਿਆ ਹੈ, ਚੰਗੀ ਤਰ੍ਹਾਂ ਖਲੋਤਾ ਨਹੀਂ ਜਾਂਦਾ। ਉਹ ਲਹਿਰਾਉਂਦਾ ਹੋਇਆ ਬ੍ਰਹਮ ਗਿਆਨੀ ਬਾਬਾ ਜਵਾਲਾ ਸਿੰਘ ਜੀ ਨੂੰ ਮਾੜੇ ਚੰਗੇ ਬੋਲ ਬੋਲੀ ਜਾਵੇ।
कहते मैं जो गया मेरे कंना तो वो उच्ची उच्ची बोलन की माड़े बचना की आवाज पई तो मैं गुस्से के नाल दरवाजा खोलिया फिर मैं अंदर जाके इन्हू रोका और मेरे सामने बैठे बाबा ज्वाला सिंह ने मैनू इशारा कर दिता कि अंदर भी आना। कहते मैं हाथ धो के मैं 2-3 बारी कतल किया वो कटे ना उन्हें करीबन कहते मैं अद्धा घंटा देखा तो ब्रह्म ज्ञानी बाबा ज्वाला सिंह के सामूक वो बहुत कुछ बोल के गया। अद्धे घंटे बाद वो तसल्ली अपनी करके ना उठो चले गया। कहते मैं फिर अंदर चलिया बाबा जी ने ज्वाला सिंह उन्होंने फिर इशारा किया कि रुक जा। मैं सोचा कि मना मुंडे उठे मुंडा चले गया। कहते इन्हें एक परिवार आया वो परिवार आके उन्हें बाबा ज्वाला सिंह उन्होंने बेनती की कह लगे कि देखो बाबा जी असी नवा घर बनाया है ते घर असी उधर प्रवेश करना है जिधर तुसी घर दे विच जाके चरण पाओगे। उन्होंने मान सत्कार बहुत किया। उन्होंने मान सत्कार करने तो बाद विच काफी समय बैठे थे वो उठों चले गए। कहते जो वो जाते ने ते बाबा ज्वाला सिंह जी ने सेवादार भेजा ते उस लेखक नूं अंदर सद लिया। उन्हें आके उन्हें बोल का कुड़ी ने गुस्सा गिला करना शुरू किया। कहने लगा बाबा जी तुसी और नहीं दिता वो ਤੁਹਾਨੂੰ कितना बुरा बोल के गया। वो कहने लगे मैं असल दे विच ना आज गुरु नानक दे चरनां च अरदास करदा पिया सी कि सच्चे पातशाह महाराज लोग वडियाई बड़ी करदे आ जिधर कोई निंदन आ जाए तो मन नूं किते सट ना वज जाए निंदा कोई करे कोई माड़े बोल दे। सच्चे पातशाह महाराज अज कृपा की अज ये भी बच्चा जिहड़ा सी सफला हो गया। अज बहुत उन्हें बोलिया कहते बाबा तुसी रोकिया क्यों नहीं। कहते जेकर वो वडियाई निंदा करके गया है ते कहण लगे वो भी तो देखना सी जेडे वडिया करके गए सी जेडे वडियाई करके गए उन्हां नूं ते देखदा। सच्चे पातशाह महाराज जेडी गल आखदे पए ना कि नह विद्या ने पुस्तक जाके लोभ मोह अपमाना ब्रह्म ज्ञानी का जीवन जेड़ा है ना सच्चे पातशाह महाराज कहंदे उनका जीवन ही इस तरह का होता है कि वो निंदा पुस्तक तो परे हो जाता है। ते महाराज सच्चे पातशाह कहंदे कि जेड़ा शब्द दे विच चले जाएगा उनका जीवन जेड़ा है वो सफल हो जाएगा। एक अखीर दे विच बेनती करके समाप्ति करिए। सच्चे पातशाह महाराज पावन बाणी दे विच कृपा कीती गुरु गोबिंद सिंह महाराज जी दे वचन ने कि असी अज जेड़ा महाराज सच्चे पातशाह कृपा करदे पए ना कि ये समागम जेड़े लिखे गए ने इन्हां समागमां दी आरंभता 1 जून नूं जिदन होनी है ते भोग तो उपरंत जेड़ा है महाराज जी दी हजूरी विच अमृत संचार कीता जाना है। गुरु गोबिंद सिंह सच्चे पातशाह महाराज वचन लिखते ने कहन लगे बिना शस्त्र के संग नरन भेड़ जानो कहो कांके किते ले सिधानो जही मोर आज्ञा सुनो हे प्यारे बिना शस्त्र के संग देह ना दिदारे। सतगुरु गुरु गोबिंद सिंह महाराज पातशाह कहते ने पहली रहत पता की महाराज ने दी प्रथम रहत खंडे की और छके। महाराज कहते सिख नूं हुक्मिया ये बेनती नहीं। महाराज कहते देही मोर आज्ञा सुनो हे प्यारे बिना शस्त्र के संग देह ना दिदारे। ते भाई नादला साहब वो वचन लिखते पए ने वो कहते ने कि निशाने सिੱਖੀ ई 5 हरफ काफ हरगिज ना बासत ई 5 गवाफ। इन्हां 5 ककियां नूं सतगुरु महाराज पातशाह जी ने सानू दिता है ते महाराज सच्चे पातशाह ने नाल हुक्म भी कर दिता सी कि खालसा जेड़ा है ये मेरा खास रूप है। जिवें संत जेड़ा है वो रब दा रूप है ते संत दे नाल जेड़ा खालसा है गुरु गोबिंद सिंह महाराज कहते खालसा मेरा खास रूप है। महाराज पातशाह कहते खालसा जेड़ा है वो मेरी जान है। खालसा जेड़ा है वो मेरा शरीर है ते उस शरीर विच चलदे हुए प्राण गुरु गोबिंद सिंह महाराज है। सच्चे पातशाह महाराज कहते खालसा मेरो रूप है खास। खालसे मैं हूं करो निवास खालसा मेरो सज्जन सूरा खालसा मेरो सतगुरु पूरा। महाराज सच्चे पातशाह कृपा कर 1 जून नूं सतगुरु महाराज पातशाह जी की हजूरी अंदर अमृत संचार होना है। 5 प्यारे श्री अकाल तख्त साहब तो पहुंच रहे ने। ककार जेड़े ने वो भेटा रहत दिते जाने ने। 4 ककार 5 ककार चाहिए ने। 1 ककार सतगुरु ने सानू दे के ही तोड़िया है। जिद्दन असी जगत विच आए 1 ककार सानू उदन ही दे दिता। असी केस नाल लैके जन्मदे आ ते 4 ककार जेड़े ने वो भेटा रहत दिते जाणगे।
सच्चे पातशाह महाराज आखदे ने कि मनुखा शरीर मिलिया है, इन्हू सफला कर ला, मैनू सतगुर मुक्त ना पावे, पावे मुक्त ना मोड़ते कोई, पिछों वेखिया जाए अनेक जुनी भरमे आवे, मैनू सतगुर मुक्त ना पाए, फिर मुक्त पाए, लाख तनी सतगुरु शब्द सुनाए। संत का जीवन जिहड़ा है वो कथन तो परे है, वो व्याख्या तो परे आ, वो सारा जीवन ला के भी व्याख्या कर लवे ना तावी संत के जीवन की व्याख्या नहीं हो सकती। एक काम जरूर हो सकता है कि केवल संत के दर से मुरादां ही पूरियां नहीं होंदियां, केवल सानू सुख ही नहीं मिलते, संत के दर के उत्ते कौन प्रभाव है कि असीं उहदे वर्गे हो सकीए। जेड़ा उपदेश दिता संत ने उस उपदेश ते चल सकीए। देखो धरती वही आ, इस धरती के उत्ते बाबा प्रेम सिंह जी वर्गे पैदा होए, वही धरती आ जिस धरती के उत्ते बाबा मक्खन शाह बाबे वर्गे आए, ये वही धरती है जिथे बाबा लखी शाह बंजारे वर्गे, बाबा तख्तमल वर्गे वो आए इस धरती के उत्ते। कि अज धरती बंजर हो गई आ कि बीजन वाला किसान सौ गया, जिन्होंने चेता ही नहीं लिया कि मैं सुर नूं शब्द के नाल जोड़दा ते शब्द के नाल जोड़ करके अपना जीवन सफला करदा। सतगुर सच्चे पातशाह महाराज कृपा करन आप संगत के उत्ते कि असीं महापुरुष ब्रह्म ज्ञानी जिन्हां दी बरसी मनाउंदे पए आ। बाबा प्रेम सिंह जी केवल उन्हां नूं मन्नीए नहीं, उन्हां दी भी मन लईए। हुण दो गल्लां होंदियां, असीं केवल मनाउण वास्ते आउंदे कई वारी कि साडी बाबा जी आ भी मान लो, साडी आ भी मान लो, कहते ने जिन्हां दे दिल मनाउंदे हो ना उन्हां दी गारज मान के आखो। जो गल महापुरखां ने आखी, जो वचन उन्हां ने कहे, उन्हां दे वचनां ते चलना शुरू कर दो। जेड़ा वचनां ते चलदा है उहदा जीवन सफला हो जांदा है। हाजरियां उन्हां दियां हमेशा सुख ते सच्चे पातशाह महाराज कहते जेड़ा आ गया उन्हें सुख जरूर मिलेंगे, जिन्हें सेवा की उनके काम जरूर रास होंगे, उनके जीवन जो घर तो निरंतरता जरूर चले जाएगी। जिन्हें बर्तन मांजे, जिन्हें जोड़े झाड़े, जिन्हें तपड़ आके झाड़ दे, जिन्हें भांडे आके मारते, जिन्हें झाड़ू दे दिया, उनके घर के खुशियां तो जरूर आउणगियां और जीवन उधर सफला होएगा जिधर गुरु वाले मान जाओ। सुख कल्ले नहीं, जीवन सफला जरूर करना है। एक अरदास करके जाओ कि धन गुरु गोबिंद सिंह महाराज जिन्हें संत बाबा प्रेम सिंह जी कल्ले संत नहीं सी, वो संत सिपाही बने, मानक कार दे धामी बने। साडे ते कृपा होवे असीं इस बरसी दे उत्ते संत बाबा प्रेम सिंह जी नूं समर्पित हो जाएंगे। धन गुरु गोबिंद सिंह महाराज तुहाडे पुत्र ते धीआं बन के साडा जीवन जिहड़ा है वो सफला हो जाए। बोलदियां होइयां बेअंत गुलाम खिमा सबना दा धन्नवाद। कोटान को शुक्र धन गुरु ग्रंथ साहिब महाराज जी का मान योग इस स्थान के मुख सेवादार बीबी जगीर कौर जी जेड़े हमेशा ही श्रोमणी कमेटी प्रधान सी ते तां भी वो तत्पर सी कि घर घर दे विच गुरमत दा लिटरेचर पहुंचे। घर दे विच बाणी पढ़ी जाए, जपजी साहब पढ़िया जाए ते जेकर स्थान दे उत्ते सेवा करते आ ते उदों भी उन्हां दे मन दे विच हुंदा है कि लगातार बाणी दा प्रवाह चले, संगत नूं कुछ ना कुछ सुनन वास्ते मिले। किसी एक का ही हिस्सा जेकर जुड़ गया कि समझो आया उन्हां दा सफल हो गया, आया सफल काम को करिए व्यास संहारा कसमनिए आए पसे साधु के संगे अंतिम नाम त्यागे लगे। बोलदे होया बेअंत गुलाम दी खिमा हार्दिक तौर ते सबना दा धन्नवाद। मान योग प्रधान जी बीबी जगीर कौर विशेष तौर ते धन्नवाद थे होया गुलाम दी खिमा। बुलाओ अपने आशीष बख्शो। वाहिगुरू जी का खालसा, वाहिगुरू जी की आगे अरदास आनी जोड़ सब तेरा कहा